ਸੰਗਤ ਟੈਲੀਵਿਜ਼ਨ ਦੇ ਨਾਲ ਜੁੜ ਬੈਠੇ ਪ੍ਰੇਮੀ ਜਨੋਂ, ਦਾਸ ਗਿਆਨੀ ਨਰਿੰਦਰ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ। ਪ੍ਰੋਗਰਾਮ ਲੈ ਕੇ ਗੁਰਬਾਣੀ ਇਸ ਜੱਗ ਮੈਂ ਚਾਨਣ ਤੇ ਦਾਸ ਦੇ ਨਾਲ ਸਾਂਝ ਪਾਉਣ ਵਾਸਤੇ ਲੰਡਨ ਸਟੂਡੀਓ ਦੇ ਵਿੱਚ ਵਿਚਾਰਵਾਨ ਵਿਦਵਾਨ ਭਾਈ ਨਿਰਪਾਲ ਸਿੰਘ ਜੀ ਪਰਦੇਸੀ ਹਾਜ਼ਰ ਨੇ। ਉਹਨਾਂ ਦੇ ਨਾਲ ਆਪਾਂ ਗੁਰਬਾਣੀ ਤੇ ਵਿਚਾਰਾਂ ਕਰਾਂਗੇ ਤੇ ਨਾਲ ਨਾਲ ਜੋ ਸ਼ਹੀਦੀ ਦਿਵਸ ਚੱਲ ਰਹੇ ਨੇ ਉਸ ਤੇ ਵੀ ਵਿਚਾਰ ਕਰਾਂਗੇ। ਗੁਰੂ ਪਿਆਰਿਓ, ਗੱਲਾਂ ਆਪਾਂ ਕਿਤਨੀਆਂ ਵੀ ਕਰੀ ਜਾਈਏ, ਜਦ ਤੱਕ ਇਹਨਾਂ ਗੱਲਾਂ ਨੂੰ ਆਪਾਂ ਪ੍ਰੈਕਟੀਕਲ ਰੂਪ ਨਹੀਂ ਦਿੰਦੇ ਤਦ ਤੱਕ ਸਾਡੇ ਜ਼ਿੰਦਗੀ ਦਾ ਗਿਆਨ ਅਧੂਰਾ ਹੈ। ਮਾਨੋ ਕਿ ਮਹਾਂਪੁਰਖਾਂ ਨੇ ਕੁਰਬਾਨੀਆਂ ਦੇ ਕੇ ਬੜੀ ਮਿਹਨਤ ਕਰਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਨੁੱਖਤਾ ਦੇ ਸਾਹਮਣੇ ਰੱਖੇ ਕਿ ਇਸ ਬਾਣੀ ਨੂੰ ਪੜ੍ਹੋ, ਵਿਚਾਰੋ ਤੇ ਫਿਰ ਕਮਾਓ। ਕਿਉਂਕਿ ਗੁਰਬਾਣੀ ਸਾਡੇ ਸਾਹਮਣੇ ਥਿਊਰੀ ਦੇ ਰੂਪ ਵਿੱਚ ਹਾਜ਼ਰ ਹੈ ਤੇ ਗੁਰਸਿੱਖ ਇਸ ਥਿਊਰੀ ਨੂੰ ਪ੍ਰੈਕਟੀਕਲ ਰੂਪ ਦਿੰਦੇ ਨੇ। ਉਹ ਨੇ ਸਿੱਖ ਜਿਨ੍ਹਾਂ ਨੇ ਸਤਿਗੁਰੂ ਦੀ ਗੱਲ ਸੁਣੀ ਫਿਰ ਮੰਨ ਲਈ। ਸੋ ਗੁਰੂ ਦੀਆਂ ਸੰਗਤਾਂ ਜੁੜ ਬੈਠੀਆਂ ਨੇ। ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸੰਗਤ ਟੈਲੀਵਿਜ਼ਨ ਦੇ ਦੁਆਰਾ ਜੋ ਲੰਗਰਾਂ ਦੀ ਸੇਵਾ ਚੱਲ ਰਹੀ ਹੈ, ਉਹਨਾਂ ਲੰਗਰਾਂ ਦੇ ਵਿੱਚ ਆਪਾਂ ਜ਼ਰੂਰ ਸਹਿਯੋਗ ਦੇਣਾ ਹੈ। ਜੋ ਕੁਝ ਵੀ ਆਪ ਕਰ ਸਕਦੇ ਹੋ, ਕਿਉਂਕਿ ਮਹਾਨ ਲੰਗਰਾਂ ਦੀ ਸੇਵਾ ਗੁਰੂ ਘਰ ਵਿਖੇ ਹਰ ਵੇਲੇ ਚੱਲਣ ਵਾਲੀ ਇਹ ਮਰਜ਼ਾਦਾ, ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸ਼੍ਰੀ ਪਟਨਾ ਸਾਹਿਬ ਵਿਖੇ ਇਹ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਤੇ ਇਸ ਤੋਂ ਉਪਰੰਤ PGI ਚੰਡੀਗੜ੍ਹ ਹੌਸਪੀਟਲ ਦੇ ਸਾਹਮਣੇ ਵੀ ਇਹ ਸੇਵਾ ਸੰਗਤਾਂ ਦੇ ਵਾਸਤੇ ਚਲਾਈ ਜਾ ਰਹੀ ਹੈ। ਸੋ ਇਸੇ ਢੰਗ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਬਾਬਾ ਸੁੱਚਾ ਸਿੰਘ ਜੀ ਆਨੰਦਗੜ੍ਹ ਵਿਖੇ ਉੱਥੇ ਵੀ ਇਹ ਲੰਗਰਾਂ ਦੀ ਅਟੁੱਟ ਸੇਵਾ ਚੱਲ ਰਹੀ ਹੈ। ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਵਿਖੇ ਅਤੇ ਬਾਬਾ ਬਕਾਲਾ ਵਿਖੇ ਇਹਨਾਂ ਥਾਵਾਂ 'ਤੇ ਸੰਗਤਾਂ ਦੇ ਵੱਲੋਂ ਇਹ ਅਟੁੱਟ ਲੰਗਰ ਵਰਤਾਏ ਜਾ ਰਹੇ ਨੇ ਤੇ ਸੰਗਤ ਟੈਲੀਵਿਜ਼ਨ ਦੇ ਮਾਧਿਅਮ ਦੁਆਰਾ ਜਿਤਨੀਆਂ ਵੀ ਸੰਗਤਾਂ ਜੁੜ ਬੈਠੀਆਂ ਨੇ ਇਸ ਸੇਵਾ ਦੇ ਵਿੱਚ ਜ਼ਰੂਰ ਯੋਗਦਾਨ ਪਾਓ। ਸੋ ਆਓ ਗੁਰੂ ਪਿਆਰਿਓ, ਜਿੱਥੇ ਆਪਾਂ ਟੈਲੀਫੋਨ ਕਰਕੇ ਇਸ ਸੇਵਾ ਵਿੱਚ ਹਿੱਸਾ ਪਾਉਣਾ ਹੈ, ਯੋਗਦਾਨ ਪਾਉਣਾ ਹੈ, ਉੱਥੇ ਆਪਾਂ ਵਿਚਾਰਾਂ ਸਰਵਣ ਕਰਨੀਆਂ ਨੇ ਕਿ ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ, ਕਿਵੇਂ ਸਾਡੇ ਮਨ ਨੂੰ ਜਗਾਉਂਦੀ ਹੈ। ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਜਿੱਥੇ ਆਪਾਂ ਇਹ ਵਿਚਾਰਾਂ ਕਰਨੀਆਂ ਨੇ ਗੁਰਬਾਣੀ ਦੇ ਸ਼ਬਦ ਦੀਆਂ, ਕਿਉਂਕਿ ਲੜੀਵਾਰ ਜੋ ਕਥਾ ਹੈ, ਸ਼ਬਦੀ ਵਿਚਾਰ ਹੈ, ਉਹ ਆਪਾਂ ਹਰ ਹਫ਼ਤੇ ਕਰਦੇ ਹਾਂ ਤੇ ਬੇਅੰਤ ਸੰਗਤਾਂ ਜੋ ਲਾਭ ਉਠਾ ਰਹੀਆਂ ਨੇ। ਸੋ ਆਓ ਆਪਾਂ ਮਿਲ ਕੇ ਫਤਿਹ ਦੀ ਸਾਂਝ ਪਾਈਏ। ਸੋ ਸਰਦਾਰ ਨਿਰਪਾਲ ਸਿੰਘ ਪਰਦੇਸੀ ਜੀ ਆਪ ਜੀ ਨੂੰ ਤੇ ਗੁਰੂ ਕੀਆਂ ਸੰਗਤਾਂ ਨੂੰ ਬੜੀ ਪਿਆਰ ਭਰੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਨਿਰਪਾਲ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਸਟੂਡੀਓ ਵਿੱਚ ਹਾਜ਼ਰ ਹੋਏ ਹੋ। ਵਿਚਾਰ ਚਰਚਾ ਗੁਰਬਾਣੀ ਦੀ ਅਤੇ ਇਤਿਹਾਸਕ। ਸੋ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਕੱਲ੍ਹ ਸ਼ਹੀਦੀ ਦਿਹਾੜਾ ਸੀ ਤੇ ਆਪ ਜੀ ਦੇ ਇਹ ਸਨਮੁਖ ਇਹ ਬੇਨਤੀ ਹੈ ਕਿ ਸੰਗਤਾਂ ਦੇ ਨਾਲ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਬਾਰੇ ਜ਼ਰੂਰ ਸੰਖੇਪ ਦੇ ਵਿੱਚ ਵਿਚਾਰ ਕੀਤੇ ਜਾਣ। ਸਤਿਵਚਨ ਜੀ। ਗੁਰੂ ਪਿਆਰਿਓ, ਸਾਧ ਸੰਗਤ ਜੀਓ, ਭਾਈ ਮਨੀ ਸਿੰਘ ਜੀ, ਇਹਨਾਂ ਦੀ ਸ਼ਹਾਦਤ ਬਾਰੇ ਕੁਝ ਵਚਨ ਸਾਂਝੇ ਕਰਨੇ
ਤੇ ਸੂਰਜ ਦੇ ਪ੍ਰਕਾਸ਼ ਅੱਗੇ ਚਾਨਣ ਪਾਉਣ ਵਾਲੀ ਗੱਲ ਹੈਗੀ ਹੈ, ਕਿਉਂਕਿ ਇਹਨਾਂ ਗੁਰੂ ਦੇ ਪਿਆਰਿਆਂ ਦੀ ਸ਼ਹਾਦਤ ਦੇ ਸਦਕੇ ਅਸੀਂ ਹਰਦਾਸ ਵਿੱਚ ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਬੰਦ ਕਟਾਏ, ਤੇ ਇਹ ਸ਼ਹੀਦ ਅਸੀਂ ਅਰਦਾਸ ਵਿੱਚ ਵੀ ਇਹਨਾਂ ਦਾ ਧਿਆਨ ਲਾ ਕੇ ਤੇ ਉਸ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਾਂ। ਤੋ ਇਹ ਜਿਹੜਾ ਦਿਹਾੜਾ ਇਹਨਾਂ ਸਿੰਘ ਮਹਾਂਪੁਰਸ਼ਾਂ ਦਾ ਸ਼ਹਾਦਤ ਦਾ ਗੁਜ਼ਰਿਆ ਹੈ, ਇਸ 'ਚ ਥੋੜ੍ਹੀ ਕੁ ਅਸੀਂ ਝਾਤ ਪਾਉਂਦੇ ਹਾਂ। ਭਾਈ ਮਨੀ ਸਿੰਘ ਜੀ, ਭਾਈ ਮਨੀ ਸਿੰਘ ਜੀ ਜਦੋਂ ਮਨੀ ਰਾਏ ਦੇ ਨਾਂ ਤੋਂ ਜਾਣੇ ਜਾਂਦੇ ਤੇ ਲਗਭਗ 13 ਕੁ ਸਾਲ ਦੀ ਅਵਸਥਾ ਤੋਂ ਗੁਰੂ ਘਰ ਨਾਲ ਜੁੜਦੇ ਹੈ। ਠੀਕ ਹੈ। ਸੱਤਮ ਪਾਤਸ਼ਾਹ ਸਤਵੇਂ ਗੁਰੂ ਨਾਨਕ ਰੂਪ ਗੁਰੂ ਹਰਰਾਏ ਸਾਹਿਬ ਜੀ ਦੇ ਦਰਬਾਰ 'ਚ ਇਹ ਆ ਕੇ ਸੇਵਾ ਨਿਭਾਉਂਦੇ ਨੇ। ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਉੱਥੇ ਸੇਵਾ ਵਾਸਤੇ ਹਾਜ਼ਰੀ ਮੰਗਦੇ ਨੇ ਸਤਿਗੁਰਾਂ ਤੋਂ। ਲਗਭਗ 2 ਕੁ ਸਾਲ ਸੇਵਾ ਤੋਂ ਬਾਅਦ ਇਹ ਆਪਣੇ ਪਰਿਵਾਰ 'ਚ ਜਾਂਦੇ ਨੇ ਜਦੋਂ ਇਹਨਾਂ ਦਾ ਆਨੰਦ ਕਾਰਜ ਹੁੰਦਾ। ਤੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਵੀ ਇਹਨਾਂ ਨੂੰ ਨੇੜਤਾ ਮਿਲਦੀ ਹੈ। ਸੇਵਾਦਾਰ ਨੇ ਗੁਰੂ ਘਰ ਦੇ ਵਿਚਕਾਰ ਸੇਵਾ ਉੱਦਾਂ ਜਿੱਦਾਂ ਸਤਿਗੁਰਾਂ ਦੇ ਉਪਦੇਸ਼ ਨੇ, ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਅੱਗੇ ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਸਾਂਝ ਦਾ ਸਮਾਂ ਮਿਲਦਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਇਹਨਾਂ ਦੀ ਸਾਂਝ ਹੁੰਦੀ ਹੈ, ਤੇ ਸਤਿਗੁਰਾਂ ਨੇ ਕਿਉਂਕਿ ਸੰਤ ਸਿਪਾਹੀ ਵਾਲੇ ਕਾਰਜ ਨੇ ਤੇ ਇਹਨਾਂ ਦੇ ਵਿੱਚ ਉਹ ਭਗਤੀ ਔਰ ਸ਼ਕਤੀ ਦਾ ਮੇਲ ਹੁੰਦਾ ਹੈ। ਤੇ ਸਤਿਗੁਰਾਂ ਦੇ ਨਾਲ ਹੀ ਇਹ ਯੁੱਧ ਵਿੱਚ ਵੀ ਸ਼ਾਮਿਲ ਹੁੰਦੇ ਨੇ, ਤੇ ਐਸੇ ਕਾਰਜ ਵੀ ਸਤਿਗੁਰਾਂ ਦੇ ਨਾਲ ਇਹਨਾਂ ਨੂੰ ਹੰਢਾਉਣ ਨੂੰ ਮਿਲਦੇ ਨੇ ਜਿਨ੍ਹਾਂ ਤੋਂ ਵਿਰੋਧੀ ਧੜਾ ਇਹਨਾਂ ਤੋਂ ਵੈਰੀ ਹੋ ਜਾਂਦਾ ਹੈ। ਤੇ ਇਹਨਾਂ ਦੇ ਵਾਸਤੇ ਕਿ ਵੀ ਇਹਨਾਂ ਨੇ ਇਤਨਾ ਕਾਰਜ ਚੜ੍ਹਦੀ ਕਲਾ ਵਾਲੇ ਜਿਹੜੇ ਸਮਾਜ ਵਿੱਚ ਆਏ ਨੇ, ਉਸ ਚੀਜ਼ ਨੂੰ ਦੇਖਦੇ ਹੋਇਆਂ ਵਿਰੋਧੀ ਧੜੇ ਇਹਨਾਂ ਨੂੰ ਇੱਕ ਐਸੀ ਆਪਣੇ ਬਿੜਤ ਦੇ ਵਿਚਕਾਰ ਫਸਾਉਣ ਦੀ ਕਹਿਣਾ ਕੋਸ਼ਿਸ਼ ਕਰਦੇ ਨੇ ਜਿਸ ਤੋਂ ਇਹਨਾਂ ਨੂੰ ਦੋਸ਼ੀ ਠਹਿਰਾ ਕੇ ਤੇ ਇਹਨਾਂ ਦੇ ਉੱਤੇ ਸਰਕਾਰੀ ਹਿਦਾਇਤਾਂ ਦੇ ਅੰਦਰ ਇੱਕ ਉਪਦੇਸ਼ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਇਹਨਾਂ ਨੂੰ ਦੰਡ ਤਸੀਹੇ ਦਿੱਤੇ ਜਾਣ। ਤੇ ਇਹ ਸਾਕਾ ਜਿਹੜਾ ਹੈਗਾ ਵੇ ਲਾਹੌਰ ਸ਼ਹਿਰ ਦੇ ਵਿਚਕਾਰ ਵਾਪਰਦਾ ਹੈ, ਜਿੱਥੇ ਸਿੱਖ ਇਤਿਹਾਸ ਦੀ ਪਹਿਲੀ ਸ਼ਹਾਦਤ ਪੰਚਮ ਪਾਤਸ਼ਾਹ ਦੇ ਉੱਥੇ ਹੈ, ਪੂਰਨੇ ਨੇ, ਸਾਰਾ ਸੰਸਾਰ ਜਾਣੂ ਹੈ। ਤੇ ਇਹ ਰੱਬ ਦੇ ਉਹ ਨੂਰ ਕਮਾਈ ਵਾਲੇ ਇਹ ਉੱਥੇ ਐਸੀ ਸ਼ਹਾਦਤ ਮੰਗ ਲੈਂਦੇ ਨੇ ਕਿ ਵੀ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਤੇ ਜਿਸ ਤਰ੍ਹਾਂ ਸਾਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਸੇਧ ਮਿਲਦੀ ਹੈ ਕਿ ਉਨੀ ਸ਼ਹਾਦਤਾਂ ਕਰੋ ਜਿਹੜੀਆਂ ਤੁਹਾਡੀਆਂ ਹੱਦਾਂ ਵੀ ਮੁੱਕ ਜਾਣ, ਤੇ ਗੁਰੂ ਦਾ ਸਿੱਖ ਕਹੇ ਤੇਰਾ ਭਾਣਾ ਮੀਠਾ ਲਾਗੇ। ਤੇ ਉਸੇ ਦੇ ਸੰਦਰਭ ਵਿੱਚ ਜਦੋਂ ਇਹਨਾਂ ਨੂੰ ਸ਼ਹਾਦਤ ਸ਼ੁਰੂ ਕੀਤੀ ਜਾਂਦੀ ਹੈ ਤੇ ਇਹ ਗੁਰੂ ਦੇ ਸਿੱਖ ਹੀ ਕਹਿੰਦੇ ਨੇ ਤੁਸੀਂ ਮੇਰੇ ਸਰੀਰ ਦੇ ਅੰਗ ਕਿਉਂ ਤਕਲੀਫ ਦੇਣ ਦੇ ਸ਼ੁਰੂ ਕਰ ਦਿਓ, ਮੇਰੇ ਨਖੂਨਾਂ ਤੋਂ, ਮੇਰੀਆਂ ਬੰਦ ਤੋਂ ਸ਼ੁਰੂ ਕਰੋ। ਇਹ ਗੁਰੂ ਦੀ ਵਡਿਆਈ ਹੈ। ਤੇ ਇਹ ਜਿਹੜੀ ਸਾਨੂੰ ਇਹ ਸ਼ਹਾਦਤ ਮਿਲਦੀ ਹੈ, ਉਹ ਸ਼ਹਾਦਤ ਕਿਤਨੀ ਗੁਰੂ ਨਾਲ ਇਕਾਗਰਤਾ ਦੀ ਹੈਗੀ ਹੈ, ਕਿਤਨੀ ਸ਼ਕਤੀ ਤੇ ਭਗਤੀ ਦਾ ਸੰਮੇਲ ਹੈ ਕਿ ਅੱਜ ਗੁਰੂ ਦੇ ਸਿੱਖ ਅਰਦਾਸ ਵਿੱਚ ਵੀ ਇਹਨਾਂ ਯੋਧਿਆਂ ਨੂੰ, ਇਹਨਾਂ ਸ਼ਹਾਦਤਾਂ ਨੂੰ ਯਾਦ ਕਰਦੇ ਹਾਂ। ਤੇ ਇਹ ਸ਼ਹਾਦਤ ਹੀ ਹੈ ਜੋ ਅੱਜ ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ। ਆਪ ਜੀ ਨੂੰ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਉਹਨਾਂ ਨੇ ਬੜੀ ਸੇਵਾ ਕੀਤੀ, ਲੰਗਰਾਂ ਵਿੱਚ ਸੇਵਾ ਕਰਦੇ ਨੇ, ਭਾਂਡੇ ਮਾਂਜਣ ਦੀ ਸੇਵਾ ਕਰਦੇ ਨੇ, ਤੇ ਨਾਲ ਉਸ ਪ੍ਰਭੂ ਦੀ ਬੰਦਗੀ ਕਰਦੇ ਨੇ, ਬਾਣੀ ਪੜ੍ਹਦੇ ਨੇ ਔਰ ਨਾਲ ਬਾਣੀ ਦੀਆਂ ਪੁਸਤਕਾਂ ਲਿਖਦੇ ਨੇ। ਗੁਰੂ ਪਿਆਰਿਓ, ਅੱਜ ਵੇਖਣ ਵਿੱਚ ਕੀ ਆ ਰਿਹਾ ਹੈ
ਕਿ ਅਸੀਂ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਨਹੀਂ ਚੱਲ ਰਹੇ। ਜਿਹੜੇ ਚੱਲ ਰਹੇ ਨੇ ਉਹ ਵੱਡੇ ਭਾਗਾਂ ਵਾਲੇ ਨੇ, ਪਰ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕੀਤਾ ਹੈ, ਆਪਣਾ ਆਪ ਸਮਰਪਿਤ ਕੀਤਾ ਹੈ, ਉਹਨਾਂ ਦੇ ਦਿਹਾੜੇ ਮਨਾਏ ਜਾਂਦੇ ਨੇ ਜਿਨ੍ਹਾਂ ਨੇ ਅਲੌਕਿਕ ਕਾਰਜ ਕੀਤੇ ਨੇ। ਕੈਸੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਵੇਗੀ ਜਦੋਂ ਉਹਨਾਂ ਨੇ ਜਲਾਦ ਨੂੰ ਆਖਿਆ, ਜਦੋਂ ਉਹ ਕਲਾਈ ਤੇ ਟੱਕ ਮਾਰਨ ਲੱਗਾ ਤੇ ਭਾਈ ਮਨੀ ਸਿੰਘ ਨੇ ਆਖਿਆ ਕਿ ਠਹਿਰ ਜਾ, ਰੁਕ ਜਾ, ਤੂੰ ਹੁਕਮ ਮੰਨ, ਤੈਨੂੰ ਹੁਕਮ ਕੀਤਾ ਗਿਆ ਹੈ ਕਿ ਬੰਦ ਕੱਟਣੇ। ਇਹ ਕਲਾਈ ਤੋਂ ਬੰਦ ਸ਼ੁਰੂ ਨਹੀਂ ਹੁੰਦਾ, ਬੰਦ ਪੋਟੇ ਤੋਂ ਸ਼ੁਰੂ ਹੁੰਦਾ ਹੈ। ਵਾਹਿਗੁਰੂ। ਕੈਸਾ ਜਜ਼ਬਾ ਹੋਵੇਗਾ ਉਹਨਾਂ ਦੇ ਅੰਦਰ ਗੁਰੂ ਦੇ ਪ੍ਰਥਾਏ ਕਿ ਗੁਰੂ ਦਾ ਹੀ ਸਭ ਕੁਛ ਹੈ, ਤਨ ਉਸ ਦਾ ਏ, ਇਹ ਮਨ ਵੀ ਉਸ ਦਾ ਏ, ਧਨ ਵੀ ਉਸ ਦਾ ਏ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਉਹਨਾਂ ਨੇ ਗੁਰੂ ਘਰ ਦੀ ਅਣਥੱਕ ਸੇਵਾ ਕੀਤੀ ਹੈ ਤੇ ਗੁਰੂ ਪਿਆਰਿਓ, ਸਾਨੂੰ ਵੀ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ, ਅਸੀਂ ਵੀ ਫਿਰ ਸੇਵਾ ਕਰ ਲਈਏ। ਤੇਰੀ ਸੇਵਾ ਮੁਕਤ ਭੁਗਤ ਜੁਗਤ ਤੇਰੀ ਸੇਵਾ। ਆ ਇੱਕ ਜੁਗਤੀ ਦੇ ਦੁਆਰਾ ਸੰਗਤਾਂ ਸੇਵਾ ਕਰ ਰਹੀਆਂ, ਜੁਗਤੀ ਨਾਲ ਹੀ ਮੁਕਤੀ ਹੈ। ਗੁਰੂ ਪਿਆਰਿਓ, ਇਹ ਸੇਵਾ ਜੋ ਲੰਗਰਾਂ ਦੀ ਸੇਵਾ ਚੱਲ ਰਹੀ ਹੈ, ਸੰਗਤਾਂ ਦੇ ਭਲੇ ਵਾਸਤੇ ਹੀ ਹੈ ਕਿ ਸੰਗਤਾਂ ਇਸ ਦੇ ਵਿੱਚ ਯੋਗਦਾਨ ਪਾਉਣ ਤੇ ਸਭ ਦੇ ਜੀਵਨ ਦਾ ਭਲਾ ਹੋਵੇ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਤਹਾਂ ਬੇਕੁੰਠ। ਕਹਿੰਦੇ ਹੋਰ ਕਿਹੜਾ ਬੇਕੁੰਠ ਹੈ। ਜਿਹੜਾ ਪੂਰਨ ਤੌਰ ਤੇ ਸੇਵਾ ਵਿੱਚ ਜੁੜ ਜਾਵੇ ਉਹ ਮਾਨੋ ਕਿ ਬੇਕੁੰਠ ਵਿੱਚ ਹੀ ਹੈ। ਤਹਾਂ ਬੇਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਸੰਗਤਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਏ, ਉਮੰਡ ਕੇ ਇਹ ਸੇਵਾ ਕਰ ਰਹੀਆਂ ਨੇ ਕਿ ਕਿਤਨੇ ਧਾਰਮਿਕ ਸਥਾਨ ਨੇ ਜਿੱਥੇ ਇਹ ਸੇਵਾ ਚੱਲ ਰਹੀ ਹੈ, ਲੰਗਰ ਦੀ ਸੇਵਾ ਚੱਲ ਰਹੀ ਹੈ। ਗੁਰੂ ਪਿਆਰਿਓ, ਆਓ ਅਸੀਂ ਵੀ ਪਿੱਛੇ ਨਹੀਂ ਰਹਿਣਾ। ਸ਼੍ਰੀ ਪਟਨਾ ਸਾਹਿਬ ਵਿਖੇ ਔਰ ਚੰਡੀਗੜ੍ਹ PGI ਹਸਪੀਟਲ ਦੇ ਸਾਹਮਣੇ ਵੀ ਇਹ ਗਰੀਬਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਔਰ ਸਾਡੇ ਸਤਿਕਾਰਯੋਗ ਬਾਬਾ ਸੁਖਚਾ ਸਿੰਘ ਜੀ ਆਨੰਦਗੜ੍ਹ ਵਿਖੇ ਇਹ ਉਹਨਾਂ ਵੱਲੋਂ ਵੀ ਇਹ ਲੰਗਰ ਚੱਲ ਰਹੇ ਨੇ। ਤੇ ਇਸੇ ਢੰਗ ਦੇ ਨਾਲ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਬਾਬਾ ਬਕਾਲਾ ਵਿਖੇ ਇਸ ਢੰਗ ਦੇ ਨਾਲ ਸੰਗਤ ਟੈਲੀਵਿਜ਼ਨ ਵੱਲੋਂ ਅਤੁੱਟ ਲੰਗਰ ਚੱਲ ਰਹੇ ਨੇ। ਤੇ ਇਹਨਾਂ ਲੰਗਰਾਂ ਦੇ ਵਿੱਚ ਆਓ ਆਪਾਂ ਵੀ ਸੇਵਾ ਕਰਕੇ ਸਾਡੇ ਅੰਦਰ ਵੀ ਜੋ ਭਾਈ ਮਨੀ ਸਿੰਘ ਜੀ ਦੇ ਅੰਦਰ ਜਜ਼ਬਾ ਸਤਿਗੁਰੂ ਨੇ ਭਰਿਆ ਸੀ, ਉਹ ਜਜ਼ਬਾ ਸਾਨੂੰ ਵੀ ਪ੍ਰਾਪਤ ਹੋ ਜਾਏ, ਐਸੀ ਅਵਸਥਾ ਸਾਨੂੰ ਵੀ ਪ੍ਰਾਪਤ ਹੋਵੇ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਇਹਨਾਂ ਸੇਵਾਵਾਂ ਦੇ ਵਿੱਚ ਜ਼ਰੂਰ ਯੋਗਦਾਨ ਪਾਈਏ। ਸੋ ਗੁਰੂ ਪਿਆਰਿਓ, ਆਓ ਜੋ ਅੱਜ ਦਾ ਸ਼ਬਦ ਹੈ ਉਹ ਬੜਾ ਮਹੱਤਵਪੂਰਨ ਸ਼ਬਦ ਹੈ। ਮੈਂ ਆਪ ਜੀਆਂ ਦੇ ਇਹਨਾਂ ਹੀ ਵਿਚਾਰਾਂ 'ਚ ਨਾ ਸੰਗਤ ਜੀਓ ਥੋੜੀ ਹੋਰ ਸਾਂਝ ਅੱਗੇ ਵਧਾਣੇ ਆ। ਹਾਂਜੀ ਹਾਂਜੀ। ਕਿ ਸਤਿਗੁਰਾਂ ਦੇ ਹੁਕਮ ਨੇ ਸੇਵਾ ਤੋਂ ਖੇਡ ਬਣਦੀ ਹੈ। ਇਹ ਸੇਵਾ ਘਰੋਂ ਹੀ ਸ਼ੁਰੂ ਹੁੰਦੀ ਹੈ। ਜਦੋਂ ਇੱਕ ਬੱਚਾ ਅਗਰ ਮਾਂ ਪਿਓ ਦਾ ਆਗਿਆਕਾਰੀ ਔਰ ਸੇਵਾਦਾਰ ਹੋ ਜਾਂਦਾ ਤਾਂ ਉਹ ਬੜੇ ਲਾਹੇ ਲੈਂਦਾ। ਤੇ ਜਦੋਂ ਗੁਰੂ ਘਰ ਦਾ ਸੇਵਾਦਾਰ ਹੋ ਜਾਏ ਤੇ ਫਿਰ ਗੁਰੂ ਪਿਆਰਿਓ ਸਭ ਕੁਝ ਮਿਲਦਾ। ਜਿਸ ਤਰ੍ਹਾਂ ਮਣੀ ਸਿੰਘ ਜੀ 7ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਗੁਰੂ ਘਰਾਂ ਦੇ ਲੰਗਰਾਂ ਦੀ ਸੇਵਾ 'ਚ ਹੀ ਉਹਨਾਂ ਨੂੰ ਇਹ ਸੁਭਾਗ ਸਮਾਂ ਮਿਲਿਆ। ਸਮਾਂ ਰਹਿੰਦਿਆਂ ਗੁਰੂ ਦੀ ਨੇੜਤਾ ਪਾਉਂਦੇ ਹੋਇਆਂ ਜਦੋਂ 8ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਤੋਂ ਸੰਗ ਮਿਲਦੇ ਆ ਤੇ 10ਵੇਂ ਪਾਤਸ਼ਾਹ ਦੀ ਕਿਰਪਾ ਮਿਲਦੇ ਆ, 10ਵੇਂ ਪਾਤਸ਼ਾਹ ਭਾਈ ਮਣੀ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੈੱਡ ਗ੍ਰੰਥੀ ਮੁਕਰਰ ਕਰਦੇ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ। ਵਾਹ ਜੀ ਵਾਹ। ਇਹ ਸਾਡੇ ਸਿੱਖ ਇਤਿਹਾਸ ਵਿੱਚ ਸਾਡੇ ਤੀਜੇ ਗ੍ਰੰਥੀ ਸਾਹਿਬਾਨ ਨੇ। ਪਹਿਲੇ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ ਤੇ ਤੀਜੇ ਭਾਈ ਮਨੀ ਸਿੰਘ ਜੀ ਸਾਡੇ ਹੈੱਡ ਗ੍ਰੰਥੀ ਹੁੰਦੇ ਨੇ ਦਰਬਾਰ ਸਾਹਿਬ ਦੇ।
ਤੇ ਸਤਿਗੁਰਾਂ ਦੀ ਕਿਰਪਾ ਸਦਕਾ ਇਹ ਗੁਰਬਾਣੀ ਦੀਆਂ ਵਿਆਖਿਆ ਵੀ ਸੰਗਤਾਂ 'ਚ ਸਾਂਝੀਆਂ ਕਰਦੇ ਨੇ। ਤੇ ਹੁਣ ਜਿਸ ਪਿਆਰੇ ਨੇ ਗੁਰਬਾਣੀ ਦੀ ਕਮਾਈ ਕੀਤੀ ਹੈ ਤੇ ਫਿਰ ਜਿਸ ਪਿਆਰੇ ਕੋਲ ਉਹ ਸੱਚ ਦੀ ਕਮਾਈ ਹੈ ਤੇ ਸੇਵਾ ਤੋਂ ਸ਼ੁਰੂ ਹੋਈ ਹੈ ਤੇ ਸੇਵਾ ਔਰ ਸਿਮਰਨ ਦਾ ਇਹ ਸੁਭਾਗ ਔਰ ਇਹ ਸੰਜੋਗ ਇੱਦਾਂ ਦੇ ਹੀ ਇਤਿਹਾਸ ਰਚੇ ਜਾਂਦੇ ਹੈਗੇ ਨੇ। ਇਹਨਾਂ ਨੇ ਬੰਦ ਕਟਾਏ। ਤੋ ਇਹ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਸਿਧਾਂਤ ਹੈ ਕਿ ਵੀ ਆਪ ਜੀ ਨੇ ਕਿਰਤ ਕਰਨੀ ਹੈ, ਨਾਮ ਜਪਣਾ ਹੈ ਔਰ ਵੰਡ ਕੇ ਛਕਣਾ ਹੈ। ਤੋ ਕਿਰਤ ਵਿੱਚ ਸਾਨੂੰ ਮਹਾਰਾਜ ਨੇ ਹੀ ਸਿਖਾਤਾ ਹੈ 20 ਰੁਪਏ ਦੇ ਲੰਗਰ ਚਲਾ ਕੇ। ਸੋ ਵਡਭਾਗੀ ਜਨੋ, ਇਹ ਜਿਹੜੀ ਭੁੱਖ ਹੈ ਇਹ ਇੱਕ ਨਿਯਮ ਹੈ, ਇਹ ਨਿਯਮ ਦੇ ਵਿਚਕਾਰ ਸਭ ਨੂੰ ਲੱਗਦੀ ਹੈ। ਬਿਲਕੁਲ। ਤੇ ਜੇ ਸਾਡੇ ਕਮਾਈ ਦਾ ਕੁਝ ਦਸ਼ਵੰਤ ਇਸ ਕਾਰਜ 'ਚ ਲੱਗ ਜਾਏ ਤੇ ਗੁਰੂ ਸਾਹਿਬਾਨਾਂ ਤੋਂ ਫਿਰ ਘੜੇਨੀਆਂ ਹੀ ਸਾਨੂੰ ਹੀ ਲਾਹੇ ਮਿਲਦੇ ਨੇ, ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਨੇ, ਖਾਵੋ ਖਰਚੋ ਰਲ ਮਿਲ ਪਾਈ, ਟੋਟ ਨਾ ਆਵੇ ਵੱਧ ਹੋ ਜਾਈ। ਸੋ ਸੰਗਤ ਜੀ, ਇਹਨਾਂ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਹਿੱਸੇ ਪਾਓ। ਇਹਨਾਂ ਸੇਵਾਵਾਂ 'ਚ ਕਿਤੇ ਸਾਡਾ ਇਹ ਮਾਇਆ ਸਾਰਥਕ ਹੋ ਗਈ ਤੇ ਗੁਰੂ ਪਿਆਰਿਓ ਕਈ ਗੁਣਾ ਉਹ ਮੈਨੂੰ ਹੀ ਲਾਹੇ ਮਿਲਣੇ ਨੇ। ਬਿਲਕੁਲ। ਦੇਖੋ, ਇਹ ਤਾਂ ਗੁਰੂ ਦਾ ਸਿਧਾਂਤ ਹੈ, ਜਿਹਾ ਬੀਜੇ ਸੋ ਲੋਣੇ, ਵਾਹਿਗੁਰੂ ਕਰਮਾ ਸੰਦੜਾ ਖੇਤ, ਵਾਹਿਗੁਰੂ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਸੋ ਗੁਰੂ ਪਾਤਸ਼ਾਹ ਨੇ ਤੇ ਸ਼ੁਭ ਬੀਜ ਬੀਜਣ ਵਾਸਤੇ ਇਹ ਗੁਰੂ ਘਰ ਵਿਖੇ ਲੰਗਰ ਦੀ ਪ੍ਰਥਾ ਚਲਾਈ ਹੈ। ਜਿਤਨਾ ਅਸੀਂ ਗੁਰੂ ਦੇ ਨਾਲ ਜੁੜਦੇ ਜਾਵਾਂਗੇ, ਸਾਡਾ ਮਨ ਸੇਵਾ ਵਿੱਚ ਜੁੜਦਾ ਜਾਏਗਾ। ਜਿਤਨਾ ਸੇਵਾ ਵਿੱਚ ਜੁੜਦਾ ਜਾਏਗਾ, ਫਿਰ ਇਹ ਗੁਰਬਾਣੀ ਪੜ੍ਹਨ ਵਾਸਤੇ, ਸੁਣਨ ਵਾਸਤੇ, ਬੰਦਗੀ ਕਰਨ ਵਾਸਤੇ ਫਿਰ ਇਹ ਇੱਕ ਮਿਕ ਹੋ ਜਾਵੇਗਾ। ਇੱਕ ਮਰਜ਼ਾਦਾ, ਇੱਕ ਸਿਸਟਮ ਹੈ ਕਿ ਅਸੀਂ ਪਰਮਾਤਮਾ ਤੱਕ ਕਿਵੇਂ ਪਹੁੰਚ ਸਕਦੇ ਹਾਂ। ਤੇ ਉਹ ਗੁਰਬਾਣੀ ਨੇ ਸਾਨੂੰ ਦੱਸਿਆ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇ ਹੀ ਪਾਈ। ਕਹਿੰਦੇ ਇਸ ਕਰਕੇ ਤੈਨੂੰ ਮਨੁੱਖਾ ਜਨਮ ਮਿਲਿਆ ਏ, ਤਾਂ ਕਿ ਇਸ ਜਨਮ ਦੇ ਅੰਦਰ ਤੂੰ ਗੁਰੂ ਦੀ ਸੇਵਾ ਕਰ ਸਕੇ ਔਰ ਪਰਮਾਤਮਾ ਦਾ ਸਿਮਰਨ ਕਰ ਸਕੇ। ਔਰ ਇਹ ਕਬੀਰ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਬੰਦੇ ਫਿਰ ਤੂੰ ਲਾਹਾ ਲੈ ਲਾ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹੁਣ ਵੇਖੋ ਕਿਤਨੀਆਂ ਕੁ ਸੰਗਤਾਂ ਲਾਹਾ ਲੈਂਦੀਆਂ ਨੇ। ਸਭਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕੋਈ ਐਸਾ ਪ੍ਰੇਮੀ ਜਨ ਰਹਿ ਨਾ ਜਾਵੇ ਜੋ ਟੈਲੀਫੋਨ ਕਰਕੇ ਇਹਨਾਂ ਸੇਵਾਵਾਂ ਦੇ ਵਿੱਚ ਯੋਗਦਾਨ ਨਾ ਪਾਵੇ। ਸਭ ਪਾਓ, ਜੋ ਕੁਝ ਵੀ ਬਣਦਾ ਸਰਦਾ ਹੈ। ਇਤਨੀਆਂ ਜਗ੍ਹਾ 'ਤੇ ਧਾਰਮਿਕ ਜੋ ਸਥਾਨ ਨੇ ਉਹਨਾਂ 'ਤੇ ਸੰਗਤ ਟੈਲੀਵਿਜ਼ਨ ਵੱਲੋਂ ਇਹ ਸੇਵਾ ਚੱਲ ਰਹੀ ਹੈ ਤੇ ਗੁਰੂ ਕੀਆਂ ਸੰਗਤਾਂ ਸੇਵਾ ਕਰਨ ਵਾਸਤੇ ਜ਼ਰੂਰ ਅੱਗੇ ਆਉਣ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ। ਆਪ ਜੀ ਨੇ ਭਾਈ ਨਿਰਪਾਲ ਸਿੰਘ ਜੀ ਪਰਦੇਸੀ, ਜਿਨ੍ਹਾਂ ਨੇ ਬੜੇ ਸਹਿਜ ਦੇ ਨਾਲ ਆਪ ਜੀ ਨੂੰ ਧੰਨ ਧੰਨ ਬਾਬਾ ਭਾਈ ਮਨੀ ਸਿੰਘ ਜੀ, ਉਹਨਾਂ ਦੀ ਹੀ ਸ਼ਹੀਦੀ ਨੂੰ ਸਮਰਪਿਤ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਉਹਨਾਂ ਬੁਲੰਦੀਆਂ ਨੂੰ ਕਿਵੇਂ ਪ੍ਰਾਪਤ ਕੀਤਾ। ਗੁਰੂ ਪਿਆਰਿਓ, ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਉਹ ਸਿਰਫ ਪੜ੍ਹਨ ਵਾਸਤੇ ਨਹੀਂ ਹੋ, ਕਿਉਂਕਿ ਉਹ ਅਸੀਂ ਕੋਈ ਅਖਬਾਰ ਨਹੀਂ ਪੜ੍ਹ ਰਹੇ ਜਾਂ ਕੋਈ ਨਾਵਲ ਨਹੀਂ ਪੜ੍ਹ ਰਹੇ। ਉਹ ਇਤਿਹਾਸ ਪੜ੍ਹ ਰਹੇ ਹਾਂ ਕਿ ਸਾਡੇ ਅੰਦਰ ਵੀ ਉਹ ਸ਼ਕਤੀ ਪੈਦਾ ਹੋਵੇ, ਉਹ ਜਜ਼ਬਾ ਪੈਦਾ ਹੋਵੇ। ਅਸੀਂ ਵੀ ਜਦੋਂ ਸੇਵਾ ਦਾ ਨਾਂ ਸੁਣੀਏ ਤਾਂ ਸਾਡਾ ਮਨ ਇੱਕ ਛਿਨ ਦੇ ਵਿੱਚ ਮੰਨ ਜਾਣਾ ਚਾਹੀਦਾ ਹੈ। ਤੇ ਗੁਰੂ ਪਾਤਸ਼ਾਹ ਦੀ ਕਿਰਪਾ ਦੁਆਰਾ ਆਓ ਜੋ ਆਪਾਂ ਇਹ ਲੜੀਵਾਰ ਕਥਾ ਉਸ ਦੇ ਨਾਲ ਆਪਾਂ ਜੁੜਨਾ ਹੈ ਤੇ ਕਥਾ ਚਾਹੇ ਇਤਿਹਾਸਕ ਪੱਖ ਤੋਂ ਵੇਖ ਲਈਏ ਕਿ ਕਿਵੇਂ ਕੁਰਬਾਨੀਆਂ ਕਰਨ ਦੇ ਨਾਲ ਕੀ ਕੁਝ ਪ੍ਰਾਪਤ ਹੁੰਦਾ ਹੈ। ਤੇ ਗੁਰਬਾਣੀ ਦੀ ਵਿਚਾਰ ਸਾਨੂੰ ਉਹ ਅਗੰਮੀ ਗਿਆਨ ਬਖਸ਼ਿਸ਼ ਕਰਦੀ ਹੈ, ਜਿਸ ਗਿਆਨ ਨੂੰ ਪ੍ਰਾਪਤ ਕਰਕੇ ਮਨੁੱਖ ਨੂੰ ਸਮਝ ਪੈਂਦੀ ਹੈ ਕਿ ਉਹਨਾਂ ਮਹਾਂਪੁਰਖਾਂ ਨੇ ਆਪਣੀਆਂ ਸ਼ਹਾਦਤਾਂ ਕਿਉਂ ਦਿੱਤੀਆਂ। ਕੀ ਉਹਨਾਂ ਨੂੰ ਸ਼ਹਾਦਤ ਦੇ ਸਮੇਂ ਭੈ ਨਹੀਂ ਆਇਆ? ਨਹੀਂ, ਉਹਨਾਂ ਨੂੰ ਅਵਸਥਾ ਐਸੀ ਪ੍ਰਾਪਤ ਹੋਈ ਸੀ
ਨਿਰਭਉ ਦੀ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੂਟੈ। ਇਸ ਕਰਕੇ ਸਤ ਸੰਗੀ ਜਨੋ, ਅਸੀਂ ਆਪਣਾ ਜੀਵਨ ਨਿਰਭਉ ਹੋ ਕੇ ਨਹੀਂ ਜੀ ਰਹੇ। ਅਸੀਂ ਤਾਂ ਹਰ ਵੇਲੇ ਸਹਿਮੇ ਰਹਿੰਦੇ ਹਾਂ, ਮਨ ਸਾਡਾ ਬੁਝਿਆ ਰਹਿੰਦਾ ਹੈ, ਉਦਾਸ ਉਦਾਸ ਹੋ ਕੇ ਜੀਵਨ ਕੱਟ ਰਹੇ ਹਾਂ। ਕਿਉਂ? ਕਿਉਂਕਿ ਗੁਰੂ ਦਾ ਗਿਆਨ ਪ੍ਰਾਪਤ ਨਹੀਂ ਕੀਤਾ। ਜੇ ਪ੍ਰਾਪਤ ਕੀਤਾ ਹੁੰਦਾ ਤੇ ਅਸੀਂ ਵੀ ਨਿਰਭਉ ਹੋ ਜਾਂਦੇ। ਸਾਡੇ ਮਨ ਦੇ ਵਿੱਚ ਵੀ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ ਇਹ ਅਹਿਸਾਸ ਹੋ ਜਾਂਦਾ। ਸੋ ਗੁਰੂ ਕੇ ਸੰਗਤਾਂ ਜੁੜ ਬੈਠੀਆਂ ਨੇ। ਆਓ ਸ਼ਬਦ ਦੀਆਂ ਪੰਕਤੀਆਂ ਨੇ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਵਿਚਾਰ ਨੇ। ਵਿਚਾਰ ਤਾਂ ਆਪ ਜੀ ਨੇ ਸੁਣੇ ਨੇ, ਤੇ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਜੋ ਪੰਕਤੀ ਰੱਖੀ ਹੈ, ਸ਼੍ਰੀ ਰਾਗ ਮਹੱਲਾ ਤੀਜਾ, ਜਿਨੀ ਸੁਣ ਕੇ ਮੰਨਿਆ। ਹੁਣ ਆਪਣੇ ਮਨ ਦੇ ਅੰਦਰ ਵਿਚਾਰ ਕਰੋ ਕਿ ਅਸੀਂ ਸੁਣ ਤਾਂ ਲਿਆ ਕਿ ਇਤਨੀਆਂ ਜਗ੍ਹਾ ਤੇ ਇਹ ਲੰਗਰ ਦੀ ਅਤੁੱਟ ਸੇਵਾ ਚੱਲ ਰਹੀ ਹੈ, ਤਾਂ ਕੀ ਅਸੀਂ ਮੰਨ ਲਿਆ? ਜਿਨ੍ਹਾਂ ਨੇ ਮੰਨ ਲਿਆ ਗੁਰਸਿੱਖ ਉਹੀ ਨੇ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਇਹ ਹੈ ਗੁਰੂ ਦੀ ਸਿੱਖਿਆ। ਜਿਨ੍ਹਾਂ ਨੇ ਕਮਾਈ ਕੀਤੀ ਹੈ ਉਹ ਤੇ ਪ੍ਰਮਾਤਮਾ ਦਾ ਹੀ ਸਰੂਪ ਹੋ ਗਏ ਨੇ। ਜਿਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ। ਉਹ ਫਿਰ ਦੂਸਰਿਆਂ ਦੇ ਘਰਾਂ ਵੱਲ ਨਹੀਂ, ਫਿਰ ਉਹ ਆਪਣੇ ਹੀ ਘਰ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਸਾਡਾ ਘਰ ਕਿਹੜਾ ਹੈ? ਨਾਨਕ ਬੱਧਾ ਕਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਸੋ ਭਾਈ ਸਾਹਿਬ ਜੀ, ਗੁਰੂ ਪਾਤਸ਼ਾਹ ਨੇ ਸਾਨੂੰ ਇਹ ਹੁਕਮ ਕੀਤਾ ਹੈ ਕਿ ਜੋ ਆਪ ਜੀ ਨੂੰ ਗੁਰਬਾਣੀ ਦਾ ਉਪਦੇਸ਼ ਮਿਲਿਆ ਹੈ, ਜਿਨੀ ਸੁਣ ਕੇ ਮੰਨਿਆ। ਤੇ ਇਹ ਮੰਨਣਾ ਕਿਤਨਾ ਕੁ ਕਠਿਨ ਹੈ, ਕੌਣ ਕੌਣ ਮੰਨਦੇ ਨੇ। ਵਾਹਿਗੁਰੂ। ਸੋ ਜਿਹੜਾ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰੋ। ਗੁਰੂ ਪਿਆਰਿਓ, ਮੈਂ ਨਰਿੰਦਰ ਸਿੰਘ ਜੀ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਮੰਨਣਾ ਮੁਸ਼ਕਲ ਹੈ, ਔਖਾ ਹੈ, ਤਾਂ ਗੁਰੂ ਪਿਆਰਿਓ ਨਾਮੁਮਕਿਨ ਨਹੀਂ ਹੈ। ਸੋ ਪ੍ਰਣ ਕਰ ਲਈਏ। ਤੇ ਮਹਾਰਾਜ ਦੇ ਹੁਕਮ ਨੇ ਮੰਨੇ ਕੀ ਗਤ ਕਹੀ ਨਾ ਜਾਏ। ਹਾਂਜੀ। ਤੇ ਜੇ ਮੰਨ ਲਿਆ ਤੇ ਗਤੀ ਤੇ ਹੋ ਗਈ, ਅਸੀਂ ਚੱਲ ਪਏ। ਸਤਿਗੁਰਾਂ ਦੇ ਉਪਦੇਸ਼ ਨੇ, ਆਇਓ ਸੁਨਨ ਪੜਨ ਕੋ ਬਾਣੀ। ਤੇ ਗੁਰੂ ਪਿਆਰਿਓ, ਹੁਣ ਮੈਂ ਸੁਣਾ ਤੇ ਪੜਾਂ ਬਾਣੀ, ਤੇ ਗੁਰੂ ਪਿਆਰਿਓ ਫਿਰ ਰੰਗ ਲੱਗੇਗਾ ਹੀ। ਬਿਲਕੁਲ ਮੁਸ਼ਕਿਲ ਹੈ, ਕਠਿਨ ਵੀ ਹੈ, ਨਾਮੁਮਕਿਨ ਨਹੀਂ ਪਿਆਰਿਓ। ਇੱਥੇ ਤਾਂ ਕੋੜੀਆਂ ਨੂੰ ਵੀ ਦੁੱਖ ਦੂਰ ਹੋ ਜਾਂਦੇ ਨੇ ਤੇ ਪਿੰਗਲ ਪਰਬਤ ਪਾਰ ਪਲੇ। ਸਤਿਗੁਰਾਂ ਦੇ ਉਪਦੇਸ਼ ਵਚਨ ਨੇ, ਪਿੰਗਲ ਪਰਬਤ ਪਾਰ ਪਲੇ, ਖਲ ਚਤੁਰ ਬਕੀਤਾ, ਅੰਧਲੇ ਤ੍ਰਿਭਵਨ ਸੂਝਿਆ, ਗੁਰੂ ਭੇਟ ਪੁਨੀਤਾ। ਇਹ ਗੁਰੂ ਨਾਲ ਭੇਟ ਤਾਂ ਕਰੀਏ। ਕਿੰਨਾ ਸੁਭਾਗਾ ਸਮਾਂ ਹੈ। ਗੁਰੂ ਘਰ ਜਾਂਦੇ ਹਾਂ, ਸਤਿਗੁਰੂ ਜੀ ਪ੍ਰਕਾਸ਼ਮਾਨ ਨੇ, ਚਾਹ ਬਣਾ ਲਈਏ, ਗੁਰੂ ਘਰ ਜਾ ਰਹੇ ਹਾਂ, ਹੱਥ ਸੇਵਾ ਵੱਲ ਲੱਗ ਜਾਣ, ਕੰਨ ਸੁਣ ਲੈਣ, ਕਿਉਂਕਿ ਇਸੇ ਕੰਮ ਵਾਸਤੇ ਆਇਓ ਸੁਣਨ ਪੜਨ ਕੋ ਬਾਣੀ। ਉਹ ਗੁਰੂ ਪਿਆਰਿਓ, ਇਹਨਾਂ ਵਿਚਾਰਾਂ 'ਚ ਆਪ ਜੀ ਸੰਗਤ ਦੇ ਔਰ ਇਹ ਵੀਰਾਂ ਦੇ ਸਹਿਯੋਗ ਨਾਲ ਦਿਨ ਬ ਦਿਨ ਆਪਾਂ ਸਿੱਖਦੇ ਹਾਂ। ਤੇ ਇਹਨਾਂ ਦਿਨਾਂ 'ਚ ਹੀ ਸਤਿਗੁਰਾਂ ਤੋਂ ਇੱਕ ਸਵਾਲ ਕੀਤਾ ਕਿ ਵਾਹਿਗੁਰੂ ਜੀ, ਸਾਨੂੰ ਹੁਕਮ ਹੈ ਵਾਹਿਗੁਰੂ ਸ਼ਬਦ ਦਾ ਜਾਪ ਕਰਨਾ, ਉਹਨੂੰ ਸਿਮਰਨਾ, ਉਹਨੂੰ ਧਿਆਣਾ ਵਸਾਣਾ। ਤੇ ਜਦੋਂ ਹੋਰ ਜਗਿਆਸੂ ਹੋ ਜਾਂਦੇ ਹੈ ਤੇ ਹੋਰ ਕੋਈ ਖੋਜ ਆ ਜਾਂਦੀ ਹੈ, ਤੇ ਮੇਰੇ ਇੱਕ ਪਿਆਰੇ ਨੇ ਸਾਂਝ ਕਰਾਤੀ ਕਿ ਬਈ ਜਿਹਨੂੰ ਇਹ ਵੀ ਨਹੀਂ ਪਤਾ ਨਾ ਮੈਂ ਵਾਹਿਗੁਰੂ ਕਹਿ ਰਿਹਾ ਦਾ ਮਤਲਬ ਕੀ ਹੈ, ਇਹਦੇ ਪਿੱਛੇ ਵਡਿਆਈ ਕੀ ਹੈ, ਪਿਆਰੇ ਉਹਨੂੰ ਵੀ ਲਾਹਾ ਮਿਲ ਜਾਂਦਾ ਹੈ, ਭਾਵੇਂ ਥੋੜਾ ਮਿਲਦਾ ਹੈ। ਸਤਿਗੁਰਾਂ ਦੇ ਉਪਦੇਸ਼ ਸਾਂਝੇ ਕਰਾਤੇ ਉਹਨਾਂ ਪਿਆਰਿਆਂ ਨੇ। ਅਜਾਮਲ ਰਾਜਾ ਆਪਣੇ ਪੁੱਤਰ ਦਾ ਨਾਂ ਨਾਰਾਇਣ ਰੱਖਿਆ। ਉਹ ਪੁੱਤਰ ਨੂੰ ਆਜ ਮਾਰ ਰਿਹਾ ਹੈ, ਨਾਰਾਇਣ ਨਾਰਾਇਣ। ਪਤਾ ਨਹੀਂ ਕਿਹੜੇ ਵੇਲੇ ਉਹ ਬਿਰਤੀ ਨਾਲ ਆਵਾਜ਼ ਲੱਗ ਗਈ, ਅਕਾਲ ਪੁਰਖ ਪਹੁੰਚ ਗਈ
ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਘਣੀ ਨਾ ਆਵੇ। ਇਹ ਗੁਰਬਾਣੀ ਪੜ੍ਹਨੀ ਸੁਣਨੀ ਮੈਨੂੰ ਨਹੀਂ ਸਮਝ ਆ ਰਿਹਾ, ਕੁਛ ਨਹੀਂ ਪਤਾ, ਰੰਗ ਲੱਗ ਗਿਆ ਪਿਆਰਿਓ। ਕਿਉਂਕਿ ਗੁਰੂ ਪਾਰਸ ਹਮ ਲੋ ਮਿਲ ਕੰਚਨ ਹੁਆ ਰਾਮ। ਤੇ ਜਿੱਥੇ ਹੁਣ ਗੁਰੂ ਤੋਂ ਕਿਰਪਾ ਮੰਗ ਲਈ, ਸਤਿਗੁਰੂ ਜੀ ਇਹ ਵਚਨ ਮੈਂ ਆਪ ਜੀ ਦੇ ਪੜ੍ਹੇ ਸੁਣੇ, ਹੁਣ ਤੁਸੀਂ ਸਮਝਾਓ, ਇਹਨਾਂ ਦਾ ਅਰਥ ਵੀ ਬਖਸ਼ਿਸ਼ ਕਰੋ। ਫਿਰ ਇੱਦਾਂ ਪਿਆਰਿਆਂ ਦਾ ਮੇਲ ਹੋ ਜਾਂਦਾ ਹੈਗਾ, ਸੰਗਤ ਵਿੱਚ ਬੈਠ ਕੇ ਪਿਆਰਿਆਂ ਦੇ ਨਾਲ ਉਹ ਸਾਂਝ ਕਰੀਦੀ ਹੈ। ਜਿਸ ਬਿਲਕੁਲ। ਤਰ੍ਹਾਂ ਦੇਖੋ ਆਪਾਂ ਅਰਦਾਸ ਵਿੱਚ ਵੀ ਇਹ ਮੰਗ ਮੰਗਦੇ ਹਾਂ ਵਾਹਿਗੁਰੂ ਕਿ ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਸੋ ਸਤ ਸੰਗੀ ਜਨੋ, ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਕਿ ਅਰਦਾਸ ਕਰੋ। ਵਾਹਿਗੁਰੂ ਕਿਹੜੀ ਅਰਦਾਸ? ਚਾਚਕ ਮੰਗੇ ਦਾਨ ਦੇ ਪਿਆਰਿਆ, ਦੇਵਨਹਾਰ ਦਤਾਰ ਮੈਂ ਨਿਤ ਚਿਤਾਰਿਆ। ਨਖੁੱਟ ਨਾ ਜਾਈ ਮੂਲ ਅਤੁਲ ਭੰਡਾਰਿਆ। ਨਾਨਕ ਸ਼ਬਦ ਉਪਾਰ ਤਿਨ ਸਭ ਕੇ ਸਾਰਿਆ। ਸ਼ਬਦ ਦੇ ਨਾਲ ਜਿਹੜਾ ਜੁੜ ਗਿਆ ਸਭ ਗੁਰੂ ਪਿਆਰਿਓ, ਗੱਲ ਜੁੜਨ ਦੀ ਹੈ। ਪੜ੍ਹਦੇ ਵੀ ਅਸੀਂ ਆ, ਸੁਣਦੇ ਵੀ ਅਸੀਂ ਆ, ਪਰ ਜਿਵੇਂ ਭਾਈ ਸਾਹਿਬ ਨੇ ਆਖਿਆ, ਜਿਸ ਦਿਨ ਰੰਗ ਲੱਗ ਗਿਆ ਨਾ ਪਨ ਸੁਣ ਦੇ ਨਾਲ, ਵਾਹਿਗੁਰੂ ਫਿਰ ਨਾਮ ਵਿਸਾਰ ਲੱਗੇ ਅਨ ਲਾਲਚ। ਜਿਹੜਾ ਪ੍ਰਭੂ ਦਾ ਨਾਮ ਛੱਡ ਕੇ ਹੋਰ ਪਾਸੇ ਲੱਗਿਆ ਹੋਇਆ ਸੀ ਨਾ, ਸਤਿਗੁਰੂ ਨੇ ਫਿਰ ਸੱਚ ਦੇ ਮਾਰਗ ਤੇ ਚਲਾ ਦਿੱਤਾ। ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਐਵੇਂ ਅਮੋਲਕ ਜਨਮ ਨੂੰ ਆਪਾਂ ਵਿਅਰਥ ਨਾ ਜਵਾਈਏ, ਨਾ ਗਵਾਈਏ। ਗੁਰੂ ਪਾਤਸ਼ਾਹ ਦਾ ਕਹਿਣਾ ਮੰਨ ਲਿਆ, ਤੇ ਜਿਨ੍ਹਾਂ ਨੇ ਮੰਨ ਲਿਆ, ਜਿਨੀ ਸੁਣ ਹਰ ਮੰਨਿਆ, ਨਾਨਕ ਹੋ ਤਿਨ ਬਲਿਹਾਰੇ ਜਾਓ। ਗੁਰੂ ਪਾਤਸ਼ਾਹ ਕਹਿੰਦੇ ਜਿਨੀ ਸੁਣ ਕੇ ਫਿਰ ਮੰਨ ਲਿਆ, ਅਸੀਂ ਉਹਨਾਂ ਦੇ ਕੁਰਬਾਨ ਜਾਣੇ ਆ। ਵਾਹਿਗੁਰੂ ਵੇਖੋ ਕੈਸੀ ਕੈਸੀ ਰਹਿਮਤ ਹੈ ਸਤਿਗੁਰੂ ਦੀ। ਹਉ ਕੁਰਬਾਨੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਤੇ ਇਹ ਤੇ ਪਿਆਰ ਦੀ ਖੇਡ ਹੈ ਗੁਰੂ ਪਿਆਰਿਓ। ਆਓ ਫਿਰ ਆਪਾਂ ਵੀ ਇਸ ਪਿਆਰ ਦੀ ਖੇਡ ਨੂੰ ਖੇਡੀਏ। ਜਿਤਨੀਆਂ ਵੀ ਸੰਗਤਾਂ ਜੁੜੀਆਂ ਨੇ, ਤੁਸੀਂ ਵੀ ਸਕਰੀਨ ਤੇ ਨੰਬਰ ਵੇਖੋ ਤੇ ਡਾਇਲ ਕਰੋ। ਡਾਇਲ ਕਰਕੇ ਇਸ ਮਹਾਨ ਸੇਵਾ ਦੇ ਵਿੱਚ ਜੋ ਅਤੁੱਟ ਲੰਗਰ ਵਰਤ ਰਹੇ ਨੇ, ਜਗ੍ਹਾ ਜਗ੍ਹਾ ਲੰਗਰ ਸੰਗਤ ਟੈਲੀਵਿਜ਼ਨ ਦੇ ਵੱਲੋਂ ਸੰਗਤਾਂ ਸੇਵਾ ਕਰ ਰਹੀਆਂ ਨੇ, ਤੇ ਸਾਰੀਆਂ ਸੰਗਤਾਂ ਮਿਲ ਕੇ ਜੋ ਕੁਝ ਵੀ ਆਪ ਕਰ ਸਕਦੇ ਹੋ ਉਹ ਕਰੋ, ਤਾਂ ਕਿ ਗੁਰੂ ਪਾਤਸ਼ਾਹ ਦੀਆਂ ਉਹ ਅਲੌਕਿਕ ਖੁਸ਼ੀਆਂ ਆਪਾਂ ਪ੍ਰਾਪਤ ਕਰ ਸਕੀਏ, ਸਾਡਾ ਜੀਵਨ ਵਿਅਰਥ ਨਾ ਜਾਵੇ। ਸੋ ਸਤਿਗੁਰੂ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਕਿ ਜਿਨ੍ਹਾਂ ਨੇ ਸੁਣ ਕੇ ਫਿਰ ਮੰਨ ਲਿਆ। ਗੁਰੂ ਪਿਆਰਿਓ, ਇਸ ਵੇਲੇ ਬਿਆੰਤ ਸੰਗਤਾਂ ਸੁਣ ਰਹੀਆਂ ਨੇ, ਪਰ ਮੰਨਿਆ ਕਿਹਨਾਂ ਨੇ? ਜਿਨ੍ਹਾਂ ਨੇ ਸੇਵਾ ਵਿੱਚ ਯੋਗਦਾਨ ਪਾ ਦਿੱਤਾ। ਜਿਨੀ ਸੁਣ ਕੇ ਮੰਨਿਆ ਤਿਨਾ ਨਿਜ ਘਰ ਵਾਸ, ਫਿਰ ਉਹ ਆਪਣੇ ਘਰ ਵਿੱਚ ਵਾਸ ਕਰਦੇ ਨੇ। ਸਾਡਾ ਘਰ ਕਿਹੜਾ ਹੈ? ਨਿਜ ਘਰ, ਆਪਣਾ ਘਰ। ਪਰਮਾਤਮਾ ਦਾ ਘਰ ਹੀ ਸਾਡਾ ਅਸਲ ਘਰ ਹੈ। ਆ ਸੰਸਾਰ ਦੇ ਘਰ, ਇਹ ਤੇ ਘਰ ਛੱਡਣੇ ਰਹੇ ਨਾ ਕੋਈ। ਪਰਮਾਤਮਾ ਦਾ ਘਰ ਹੀ ਸਾਡਾ ਆਪਣਾ ਘਰ ਹੈ, ਕਿਉਂਕਿ ਉਹ ਹੀ ਸਾਡਾ ਮੂਲ ਹੈ। ਤੇ ਉਸ ਮੂਲ ਪਰਮਾਤਮਾ ਤੋਂ ਆਪਾਂ ਵਿਛੜੇ ਹੋਏ ਹਾਂ। ਤੇ ਸਤਿਗੁਰੂ ਪਾਤਸ਼ਾਹ ਕੋਸ਼ਿਸ਼ ਕਰ ਰਹੇ ਨੇ, ਗਿਆਨ ਦੇ ਦੇ ਕੇ ਸਮਝਾ ਰਹੇ ਨੇ ਕਿ ਤੇਰਾ ਮੂਲ ਪ੍ਰਭੂ ਪਰਮਾਤਮਾ ਹੈ, ਉਸ ਦੇ ਨਾਲ ਤੂੰ ਕਿਵੇਂ ਮਿਲ ਸਕਦਾ ਹੈ। ਇਸ ਕਰਕੇ ਸਤ ਸੰਗੀ ਜਨੋ, ਦੇਖੋ ਗੁਰੂ ਪਾਤਸ਼ਾਹ ਦੀ ਬਾਣੀ ਜੇ ਥੋੜ੍ਹਾ ਜਿਹਾ ਧਿਆਨ ਦੇ ਨਾਲ ਪੜ੍ਹੀਏ ਨਾ, ਤੇ ਆਪਣੇ ਆਪ ਪਤਾ ਲੱਗਦਾ ਹੈ ਕਿ ਗੁਰੂ ਪਾਤਸ਼ਾਹ ਨੇ ਇਸ ਦੇ ਵਿੱਚ ਕੀ ਸੰਦੇਸ਼ ਦਿੱਤਾ ਹੈ। ਅਗਲੀ ਪੰਕਤੀ ਵਿੱਚ ਗੁਰੂ ਪਾਤਸ਼ਾਹ ਨੇ ਆਖਿਆ ਕਿ ਗੁਰਮਤੀ ਸਲਾਹੇ ਸੱਚ, ਹਰ ਪਾਇਆ ਗੁਣਤਾਸ। ਗੁਰਮਤੀ, ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮਤ ਕੀ ਹੈ? ਜਿਨ੍ਹਾਂ ਨੇ ਗੁਰੂ ਦੀ ਮਤ ਲੈ ਲਈ, ਫਿਰ ਉਹ ਆਪਣੀ ਮਨਮਤ ਫਿਰ ਤਿਆਗ ਦਿੰਦੇ ਨੇ। ਜਿਨ੍ਹਾਂ ਨੂੰ ਸੱਚ ਦੀ ਕੋਈ ਲਗਨ ਨਹੀਂ ਹੈ, ਉਹ ਬਾਣੀ ਵੀ ਪੜ੍ਹਨਗੇ ਪਰ ਮਨਮਤ ਵੀ ਕਰਨਗੇ। ਇੱਥੋਂ ਫਿਰ ਕੰਮ ਵਿਗੜਿਆ ਰਹਿੰਦਾ ਹੈ। ਮਨੁੱਖ ਸੋਚਦਾ ਹੈ ਮੈਂ ਬਾਣੀ ਵੀ ਬੜੀ ਪੜ੍ਹਦਾ ਹੈ, ਪਰ ਪਤਾ ਨਹੀਂ ਇਹ ਕਿਸੇ ਲੇਖੇ ਵਿੱਚ ਲੱਗਦੀ ਹੈ ਕਿ ਨਹੀਂ ਲੱਗਦੀ। ਲੇਖੇ ਵਿੱਚ ਤੇ ਉਦੋਂ ਹੀ ਲੱਗਣੀ ਹੈ ਜਦੋਂ ਮਨ ਕੀ ਮਤ ਤਿਆਗੋ ਅੰਧੇ। ਮਨ ਦੀ ਮਤ ਤਿਆਗ ਦੇਵਾਂਗੇ, ਗੁਰੂ ਦੀ ਮਤ ਧਾਰਨ ਕਰਾਂਗੇ। ਤੇ ਗੁਰੂ ਦੀ ਮਤ ਕੀ ਹੈ?
ਸੇਵਾ ਤੇ ਸਿਮਰਨ, ਵਾਹਿਗੁਰੂ ਪ੍ਰੇਮ ਦੇ ਵਿੱਚ ਆ ਕੇ, ਸ਼ਰਧਾ ਦੇ ਵਿੱਚ ਆ ਕੇ ਜਦੋਂ ਤੂੰ ਗੁਰੂ ਘਰ ਦੇ ਨਾਲ ਜੁੜ ਜਾਵੇਗਾ, ਫਿਰ ਗੁਰੂ ਪਾਤਸ਼ਾਹ ਤਿਨਕੇ ਕਾਜ ਸਵਾਰੇ ਆਏ। ਗੁਰੂ ਪਾਤਸ਼ਾਹ ਫਿਰ ਉਹਨਾਂ ਦੇ ਜ਼ਿੰਦਗੀ ਦਾ ਕਾਰਜ ਸਵਾਰ ਦਿੰਦੇ ਨੇ। ਸੋ ਭਾਈ ਸਾਹਿਬ ਜੀ, ਜੋ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਸੇਵਾ ਤੇ ਸਿਮਰਨ ਦਾ ਕਨਸੈਪਟ ਸਾਡੇ ਸਾਹਮਣੇ ਰੱਖਿਆ ਹੈ, ਇਹ ਕਿਸ ਢੰਗ ਦੇ ਨਾਲ ਅਸੀਂ ਸੇਵਾ ਤੇ ਸਿਮਰਨ ਕਰੀਏ ਤਾਂ ਕਿ ਅਸੀਂ ਆਪਣੇ ਘਰ ਵਿੱਚ, ਪ੍ਰਮਾਤਮਾ ਦੇ ਘਰ ਵਿੱਚ ਦਾਖਲ ਹੋ ਸਕੀਏ। ਸਤ ਗੁਰੂ ਪਿਆਰਿਓ, ਸਤਿਗੁਰਾਂ ਦੇ ਉਪਦੇਸ਼ ਹੀ ਆਪ ਜੀ ਨੇ ਸਾਰਾ ਸੰਖੇਪ ਵਿੱਚ ਦੱਸ ਦਿੱਤਾ, ਸੰਗਤ ਨਾਲ ਸਾਂਝ ਪਾਈ। ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ। ਹੁਣ ਮੈਂ ਸੁਣਿਆ ਤੇ ਮੈਂ ਮੰਨ ਲਿਆ ਤੇ ਮੈਂ ਆਪਣੇ ਨਿਜ ਘਰ, ਜੋ ਮੇਰੇ ਅੰਦਰ ਹੀ ਪ੍ਰਕਾਸ਼ ਹੈ, ਉਸ ਦੇ ਨੇੜੇ ਹੋ ਗਿਆ। ਫਿਰ ਗੁਰਮਤੀ ਸਲਾਹੇ, ਸਲਾਣਾ ਜਿਸ ਨੂੰ ਬਖਸ਼ੀ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਸ਼ਾ ਸਲਾਣਾ ਹੈ ਇੱਕ ਅਕਾਲ ਨੂੰ। ਤੋ ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ। ਤੇ ਗੁਰਬਾਣੀ ਜਦੋਂ ਪੜ੍ਹਦੇ ਹਾਂ ਤੇ ਫਿਰ ਬਾਣੀ ਨੂੰ ਬੁੱਝਦੇ ਹਾਂ, ਸਮਝਦੇ ਹਾਂ, ਤੇ ਇਹ ਉਹਦੀ ਉਸਤਤ ਹੈ, ਸਲਾਹ ਹੈ। ਇਹ ਗੁਰਬਾਣੀ ਪੜ੍ਹਨ ਦੇ ਨਾਲ, ਜਿੱਦਾਂ ਮਹਾਰਾਜ ਦੇ ਸਾਡੇ ਇੱਕ ਡੇਲੀ ਸਿਲੇਬਸ ਵਿੱਚ ਹੀ ਹੁਕਮ ਬਖਸ਼ ਦਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਭਲਕੇ ਉਠ ਹਰ ਨਾਮ ਤੇ ਆਏ। ਉਦਮ ਕਰੇ ਭਲਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਚੜੇ ਦਿਨਸ ਗੁਰਬਾਣੀ ਗਾਵੈ, ਉੱਠਦਿਆਂ ਬੈਠਦਿਆਂ ਹਰ ਨਾਮ ਤੇ ਆਵੈ। ਤੇ ਜਦੋਂ ਇਦਾਂ ਦੀ ਵੱਲ ਅਸੀਂ ਥੋੜਾ ਧਿਆਨ ਦਿੰਦੇ ਹਾਂ ਕਿ ਇਹ ਮੇਰਾ ਸਿਲੇਬਸ ਹੈ, ਇਹਦੇ ਤੇ ਮੈਂ ਕੁਝ ਕੰਮ ਕਰਾਂ, ਤੇ ਗੁਰੂ ਪਿਆਰਿਓ ਚੜ੍ਹਦੀ ਕਲਾ ਹੋਣੀ ਹੈ, ਰੰਗ ਲੱਗਣੀ ਨੇ। ਤੇ ਫਿਰ ਜਦੋਂ ਇਸ ਨੂੰ ਮੰਨਦੇ ਹੋਇਆਂ ਅਸੀਂ ਅੱਗੇ ਵਧਦੇ ਹਾਂ ਤੇ ਸਤਿਗੁਰੂ ਜੀ ਇਸੇ ਉਪਦੇਸ਼ ਤੇ ਸਾਨੂੰ ਅੱਗੇ ਬਖਸ਼ਿਸ਼ ਕਰਦੇ ਨੇ, ਸ਼ਬਦ ਰਤੇ ਸੇ ਨਿਰਮਲੇ। ਹਾਂਜੀ। ਤੇ ਪਿਆਰਿਓ, ਸਾਡਾ ਸ਼ਬਦ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ। ਜਦ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੁਕਮ ਨੇ, ਸ਼ਬਦ ਗੁਰੂ ਸੁਰ ਤੋਂ ਚੇਲਾ। ਇਹ ਸਾਰੀ ਦੁਨੀਆ ਸ਼ਬਦ ਤੋਂ ਸਿੱਖ ਰਹੀ ਹੈ। ਗੋਰੇ ਅੰਗਰੇਜ਼ੀ ਤੋਂ ਸਿੱਖ ਰਹੇ ਨੇ, ਹਿੰਦੀ ਵਾਲੇ ਹਿੰਦੀ ਤੋਂ ਸਿੱਖ ਰਹੇ ਨੇ। ਗੁਰਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ ਤੋਂ ਸਿੱਖਦਾ ਪਿਆ ਹੈ, ਕਿਉਂਕਿ ਸੱਚਾ ਸ਼ਬਦ ਹੈ, ਇਹ ਤੁਰਕੀ ਬਾਣੀ ਹੈ। ਤੇ ਇਹਨਾਂ ਸ਼ਬਦ ਦੇ ਨਾਲ ਜਦੋਂ ਰਤਿਆਂ, ਫਿਰ ਮਹਾਰਾਜ ਕਹਿੰਦੇ ਨੇ ਸ਼ਬਦ ਰਤੇ ਸੇ ਨਿਰਮਲੇ। ਇਹ ਬਾਣੀ ਅੰਦਰ ਜਾਏਗੀ ਤੇ ਇਹ ਮਨ ਕੂੜ ਭਰਿਆ ਹੈ ਤਾਂ ਹੀ ਨਿਰਮਲ ਹੋਣਾ ਪਿਆਰਿਓ, ਗੱਲਾਂ ਨਾਲ ਨਹੀਂ ਹੋਣਾ। ਬਿਲਕੁਲ, ਬਾਣੀ ਪੜ੍ਹਨੀ ਪੈਸੀ, ਬਿਲਕੁਲ ਸ਼ਬਦ ਵਿਚਾਰਨੇ ਪੈਸਣ। ਹਾਂਜੀ, ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਸਮਝਾਇਆ ਹੈ, ਰਤੇ ਸਈ ਨਿਰਮਲੇ ਜੇ ਮੁਖ ਨਾ ਮੁਰਨ ਜਿਨੀ ਸਜਾਤਾ ਸਾਈਂ। ਜੋ ਤੇਰੇ ਰੰਗ ਰਾਤੇ ਸੁਆਮੀ ਤਿਨਕਾ, ਜਨਮ ਮਰਨ ਦੁਖ ਨਾਸਾ। ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ। ਜੋ ਸਤਿਗੁਰੂ ਨੇ ਬਖਸ਼ਿਸ਼ ਕਰਨੀ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ, ਭਾਵੇਂ ਸਾਨੂੰ ਕਿਤਨਾ ਵੀ ਕੋਈ ਭੈੜਾ ਬੋਲੀ ਜਾਏ ਕਿ ਤੇਰਾ ਆਹ ਵਿਗੜ ਜਾਏ, ਤੇਰਾ ਆਹ ਵਿਗੜ ਜਾਏ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਾਮ ਗੁਰੂ ਹੈ ਵੱਲ ਤਨੇ ਕਿਆ ਗਾਰਬ ਦੀਜੇ। ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੇ। ਲੱਖਾਂ ਹੀ ਮਨੁੱਖ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੇ ਜੇ ਤੂੰ ਗੁਰੂ ਦੇ ਪੱਖ ਵਿੱਚ ਖੜਾ ਹੈ। ਗੁਰੂ ਨੇ ਜੋ ਸਮਝਾ ਦਿੱਤਾ, ਅਗਰ ਤੂੰ ਉਸ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਤੇ ਤੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਸਰਬ ਬਿਕੁੰਠ ਮੁਕਤ ਮੁਖ ਪਾਏ। ਏਕ ਨਿਮਖ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ। ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਲੰਗਰ। ਬਹੁ ਭੋਜਨ ਕਾਪਰ ਸੰਗੀਤ। ਇਹ ਵਸਤਰ ਪਹਿਨਣੇ ਨੂੰ ਕਿਸ ਨੇ ਦਿੱਤੇ ਨੇ? ਪਰਮਾਤਮਾ ਨੇ ਦਿੱਤੇ ਨੇ। ਬਹੁ ਭੋਜਨ ਛਕਦੇ ਹੋ 36 ਪ੍ਰਕਾਰ ਦੇ ਭੋਜਨ। ਕਿਸ ਦੀ ਬਖਸ਼ਿਸ਼ ਹੈ? ਉਸ ਪਰਮਾਤਮਾ ਦੀ ਬਖਸ਼ਿਸ਼ ਹੈ। ਜੋ ਕੁਝ ਵੀ ਆਪਾਂ ਵੇਖਦੇ ਹਾਂ, ਘਰ ਬਖਸ਼ਿਸ਼ ਕੀਤੇ ਨੇ, ਗੱਡੀਆਂ ਬਖਸ਼ਿਸ਼ ਕੀਤੀਆਂ ਨੇ, ਕਿਤਨਾ ਸਾਜੋ ਸਮਾਨ ਹੈ, ਇਹ ਅਸੀਂ ਕਿੱਥੋਂ ਲੈ ਕੇ ਆਏ ਹਾਂ? ਕਿਉਂਕਿ ਜਨਮ ਸਮੇਂ ਤੇ ਖਾਲੀ ਹੱਥ ਸੀ। ਇਹ ਤੇ ਪਰਮਾਤਮਾ ਦੀ ਸਾਰੀ ਬਖਸ਼ਿਸ਼ ਹੈ।
ਤੇ ਇਸ ਬਖਸ਼ਿਸ਼ ਵਿੱਚੋਂ ਹੀ ਹੱਥੋਂ ਦੇ ਕੇ ਭਲਾ ਮਨਾਵੇ। ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਹੀ ਆਪਾਂ ਸੇਵਾ ਕਰਨੀ ਹੈ, ਲੋੜਵੰਦਾਂ ਦੀ ਸਹਾਇਤਾ ਕਰਨੀ ਹੈ। ਇਹ ਗੁਰੂ ਦਾ ਸਿਧਾਂਤ ਹੈ। ਜਿਨ੍ਹਾਂ ਨੇ ਇਸ ਨੂੰ ਮੰਨਿਆ ਹੈ, ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਉਹ ਆਪਣੇ ਜੀਵਨ ਦੇ ਵਿੱਚ ਸੁਖਾਲੇ ਹੋ ਜਾਂਦੇ ਨੇ। ਲੋਕ ਵਿੱਚ ਵੀ ਸੁਖਾਲੇ, ਪਰਲੋਕ ਵਿੱਚ ਵੀ ਸੁਖਾਲੇ। ਗੁਰੂ ਦਾ ਤੇ ਸਿਧਾਂਤ ਹੀ ਬੜਾ ਸਿੱਧਾ ਸਿਧਾਂਤ ਹੈ, ਕੋਈ ਇਸ ਦੇ ਵਿੱਚ ਬਿੰਗ ਬਲ ਨਹੀਂ। ਸਤਿਗੁਰੂ ਪਾਤਸ਼ਾਹ ਜਿਹੜੀ ਗੱਲ ਆਖਣੀ ਹੈ ਨਾ, ਉਹ ਸਿੱਧੀ ਆਖ ਦਿੰਦੇ ਨੇ। ਔਰ ਮਨੁੱਖਤਾ ਨੂੰ ਸਿੱਧਿਆਂ ਕਰਨ ਵਾਸਤੇ ਸਤਿਗੁਰੂ ਨੇ ਇੱਥੇ ਗੁਰਸਿੱਖਾਂ ਨੂੰ ਵੀ ਆਖਿਆ ਹੈ, ਇੱਥੇ ਪ੍ਰਚਾਰਕਾਂ ਨੂੰ ਵੀ ਆਖਿਆ ਹੈ, ਇੱਥੇ ਸੰਤਾਂ ਨੂੰ ਵੀ ਆਖਿਆ ਹੈ, ਇੱਥੇ ਭਗਤਾਂ ਨੂੰ ਵੀ ਆਖਿਆ ਹੈ, ਸਾਧੂਆਂ ਨੂੰ ਵੀ ਆਖਿਆ ਹੈ। ਗੁਰੂ ਪਾਤਸ਼ਾਹ ਨੇ ਸਭ ਨੂੰ ਸਮਝਾਇਆ ਹੈ। ਜੇਕਰ ਕੋਈ ਗਲਤ ਚੱਲਦਾ ਹੈ ਨਾ, ਤੇ ਗੁਰੂ ਪਾਤਸ਼ਾਹ ਉਸ ਪ੍ਰਚਾਰਕ ਨੂੰ ਵੀ ਸਮਝਾਦੇ ਨੇ ਕਿ ਅਬਰਾ ਕਉ ਉਪਦੇਸ ਤੇ ਵਾਹਿਗੁਰੂ ਮੁਖ ਮੇ ਪਰਹਿ ਰੇਤ, ਰਾਸ ਬਰਾਨੀ ਰੱਖ ਤੇ ਖਾਇਆ ਘਰ ਕਾ ਖੇਤ। ਵਾਹਿਗੁਰੂ ਬਹੁਤ ਵੱਡਾ ਤੂੰ ਪ੍ਰਚਾਰਕ ਬਣਿਆ ਏ, ਜੇ ਤੂੰ ਆਪ ਨਹੀਂ ਕਰਦਾ, ਆਪ ਨਾ ਕਰੇ। ਜੇ ਆਪ ਨਹੀਂ ਕਰਦਾ ਤਾਂ ਫਿਰ ਗੁਰੂ ਪਾਤਸ਼ਾਹ ਕਹਿੰਦੇ ਜੋ ਕੁਝ ਵੀ ਤੂੰ ਬੋਲ ਰਿਹਾ ਤੇਰੇ ਮੂੰਹ 'ਚ ਰੇਤ ਹੀ ਹੈ, ਮਿੱਟੀ ਹੈ। ਇਸ ਕਰਕੇ ਸਾਨੂੰ ਪਹਿਲਾਂ ਆਪ ਸੁਚੇਤ ਹੋਣਾ ਪਵੇਗਾ। ਜਿਹੜਾ ਮਨੁੱਖ ਆਪ ਇਸ ਗੁਰਬਾਣੀ ਦੇ ਮਾਰਗ ਤੇ ਚੱਲਿਆ ਹੋਵੇ ਨਾ, ਤੇ ਫਿਰ ਉਹ ਦੁਨੀਆ ਨੂੰ ਸੰਦੇਸ਼ ਦੇਵੇ, ਤੇ ਐਸਾ ਹੋ ਨਹੀਂ ਸਕਦਾ ਕਿ ਦੁਨੀਆ ਵਿੱਚ ਪਰਿਵਰਤਨ ਨਾ ਆਵੇ, ਬਦਲਾਓ ਆ ਜਾਂਦਾ ਹੈ। ਇਸ ਕਰਕੇ ਸਤ ਸੰਗੀ ਜਨੋ, ਸਤਿਗੁਰੂ ਪਾਤਸ਼ਾਹ ਕਿਰਪਾ ਕਰ ਰਹੇ ਨੇ ਕਿ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰਬਾਣੀ ਨੂੰ ਪ੍ਰੈਕਟੀਕਲ ਮੰਨ ਲਿਆ ਹੈ। ਆਪ ਜੀ ਨੇ ਸੁਣਿਆ ਹੈ ਕਿ ਬਹੁਤ ਜਗ੍ਹਾ ਤੇ ਧਾਰਮਿਕ ਸਥਾਨਾਂ ਤੇ ਸੰਗਤ ਟੈਲੀਵਿਜ਼ਨ ਵੱਲੋਂ ਇਹ ਅਤੁੱਟ ਲੰਗਰ ਚਲਾਏ ਗਏ ਨੇ, ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਇਹਨਾਂ ਲੰਗਰਾਂ ਦੇ ਵਿੱਚ ਜ਼ਰੂਰ ਯੋਗਦਾਨ ਪਾਈਏ। ਫਿਰ ਸਾਨੂੰ ਪਤਾ ਲੱਗੇਗਾ ਕਿ ਗੁਰੂ ਪਾਤਸ਼ਾਹ ਜਦੋਂ ਕ੍ਰੈਡਿਟ ਦਿੰਦੇ ਨੇ ਨਾ, ਫਿਰ ਮਨੁੱਖ ਨੂੰ ਸਮਝ ਪੈਂਦੀ ਹੈ ਕਿ ਗੁਰੂ ਨੇ ਮੇਰੇ ਕੋਲੋਂ ਸ਼ੁਭ ਕਰਮ ਐਵੇਂ ਨਹੀਂ ਕਰਵਾਏ। ਤੇ ਇੱਥੇ ਜਿਨ੍ਹਾਂ ਨੇ ਤਿਲ ਮਾਤਰ ਵੀ ਬੀਜ ਦਿੱਤਾ ਨਾ, ਉਹ ਫਿਰ ਕਦੇ ਘਾਟੇ ਵਿੱਚ ਨਹੀਂ ਜਾਂਦਾ। ਇਸ ਕਰਕੇ ਇਸ ਚੀਜ਼ ਦੀ ਗਰੰਟੀ ਹੈ, ਜਦੋਂ ਅਸੀਂ ਕੋਈ ਬੀਜ ਬੀਜਦੇ ਹਾਂ ਨਾ, ਫਿਰ ਪੇਸ਼ੈਂਸ ਰੱਖਣਾ ਪੈਂਦੀ ਹੈ। ਮਨੁੱਖ ਫਿਰ ਧੀਰਜ ਰੱਖਦਾ ਹੈ। ਇਹ ਨਹੀਂ ਕਿ ਹੁਣ ਬੀਜਿਆ ਹੈ ਤੇ ਦੂਸਰੇ ਦਿਨ ਅਸੀਂ ਕਹੀਏ ਕਿ ਹੁਣ ਵੱਢਣ ਚੱਲ ਪਈਏ। ਨਹੀਂ, ਕਿਸਾਨ ਨੂੰ ਖੇਤੀ ਬੀਜ ਕੇ ਫਿਰ 5-6 ਮਹੀਨੇ ਧੀਰਜ ਰੱਖਣਾ ਪੈਂਦਾ ਹੈ, ਫਿਰ ਬੜਾ ਕੁਛ ਮਿਲ ਜਾਂਦਾ ਹੈ। ਫਿਰ ਹੈਰਾਨ ਹੋ ਜਾਂਦਾ ਕਿ ਬੀਜ ਤਾਂ ਮੈਂ ਥੋੜ੍ਹੇ ਜਿਹਾ ਹੀ ਬੀਜਿਆ ਸੀ, ਇਹ ਕਿਤਨਾ ਕੁ ਮਿਲ ਗਿਆ ਹੈ। ਇਤਨੀਆਂ ਬਖਸ਼ਾਂ ਸਤਿਗੁਰੂ ਪਾਤਸ਼ਾਹ ਕਰ ਰਹੇ ਨੇ। ਤੇ ਆਓ ਭਾਈ ਸਾਹਿਬ ਜੀ ਉਹ ਆਪਣੇ ਵਿਚਾਰਾਂ ਦੁਆਰਾ ਵੀਰ ਦੀਆਂ ਨਾ ਇੰਨੀਆਂ ਹੀ ਸਾਂਝਾ ਜਗ੍ਹਾਵਾਦ ਸਾਂਝ ਕਰਦੀ ਹਾਂ ਕਿ ਜੇ ਇਹ ਕਿਰਪਾ ਸ਼ਬਦ ਦੇ ਸਦਕੇ ਐਵੇਂ ਹੋ ਜਾਏ ਕਿ ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਹਾਲਾਂਕਿ ਅਸੀਂ ਦੁਨਿਆਵੀ ਜੀਵ ਹਾਂ ਭਰਾਵਾ, ਅਸੀਂ ਮੰਗਤੇ ਹਾਂ, ਔਰ ਇਸ ਘਰ ਦੇ ਮੰਗਤੇ ਹੀ ਹਾਂ। ਹੋਣਾ ਵੀ ਚਾਹੀਦਾ ਹੈ, ਮੰਗਣਾ ਚਾਹੀਦਾ ਹੈ। ਤੇ ਜੇ ਸਤਿਗੁਰਾਂ ਦੀ ਇਹ ਸੀਖ ਕਿਤੇ ਸਮਝ ਆ ਗਈ ਤੇ ਪੱਲੇ ਬੰਨ ਲਈ ਕਿ ਤੁਹਾਡੀ ਦਿੱਤੀ ਹੋਈ ਦਾਤ 'ਚੋਂ ਕੁਛ ਭਾਗ ਲੱਗ ਰਿਹਾ, ਉਹ ਭਾਵੇਂ ਲੰਗਰਾਂ ਦੀ ਸੇਵਾ 'ਚ ਹੈ ਜਾਂ ਹੋਰ ਗੁਰੂ ਘਰ ਦੀਆਂ ਕੋਈ ਵੀ ਸੇਵਾਵਾਂ 'ਚ ਹੈ, ਤੇ ਜੇ ਇਹ ਸੇਵਾ ਕਰਦੇ ਹੋਏ ਆ ਮਨ 'ਚ ਇੱਦਾਂ ਦੀ ਬਿਰਤੀ ਔਰ ਇਹਨਾਂ ਦੀ ਸੋਚ ਦੀ ਬਖਸ਼ਿਸ਼ ਹੋ ਜਾਂਦੀ ਹੈ ਕਿ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਫਿਰ ਗੁਰੂ ਪਿਆਰਿਓ ਖਜ਼ਾਨੇ ਦੀਆਂ ਚਾਬੀਆਂ ਮਿਲ ਜਾਂਦੀਆਂ ਜੇ, ਫਿਰ ਮੰਗਣੀ ਨਹੀਂ ਪੈਣ ਦੀ ਲੋੜ। ਬਿਲਕੁਲ, ਫਿਰ ਬੈਠੋ ਤੇ ਮਹਾਂਪੁਰਸ਼ਾਂ ਦੀ ਅਵਸਥਾ 'ਚ ਵੰਡੋ, ਕਿਉਂਕਿ ਗੁਰੂ ਘਰ ਦੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਇੱਥੇ ਮੰਗਤੇ ਬਣ ਕੇ ਜਾਈਏ, ਮਹਾਰਾਜ ਮਾਲਕ ਬਣਾ ਦਿੰਦੇ ਨੇ। ਬਿਲਕੁਲ, ਮੰਗਣ ਦੀ ਜਾਚ ਆ ਜਾਵੇ ਸ਼ਬਦ ਦੇ ਕਿਰਪਾ ਨਾਲ, ਸ਼ਬਦ ਦੀ ਕਮਾਈ ਨਾਲ। ਬਿਲਕੁਲ ਜੀ, ਗੁਰਬਾਣੀ ਨੇ ਤੇ ਸੇਵਾਦਾਰਾਂ ਨੂੰ ਬਹੁਤ ਮਹਾਨ ਆਖਿਆ ਹੈ। ਵਾਹਿਗੁਰੂ ਹਰ ਕਾ ਸੇਵਕ ਹਰ ਹੀ ਜਿਹਾ, ਕਹਿੰਦੇ ਫਿਰ ਉਹ ਸੇਵਾਦਾਰ ਮੇਰੇ ਵਰਗੇ ਹੀ ਨੇ। ਵਾਹਿਗੁਰੂ, ਕਿਉਂਕਿ ਜਿਹੜੀ ਕਿਰਪਾਲਤਾ ਦਿਆਲਤਾ ਫਿਰ ਵਾਹਿਗੁਰੂ ਦੇ ਵਿੱਚ ਹੈ ਨਾ, ਉਹ ਗੁਰਸਿੱਖਾਂ ਅੰਦਰ ਵੀ ਆ ਜਾਂਦੀ ਹੈ। 10ਵੇਂ ਪਾਤਸ਼ਾਹ ਦੇ ਹੁਕਮ ਵੀ ਹੈ
ਖਾਲਸਿਓ ਨਿਆਰੇ ਬਣਨ ਦੀ ਕੋਸ਼ਿਸ਼ ਕਰੀਏ। ਇਹ ਵਚਨ ਕਰ ਗਏ ਨੇ, ਤੇਜ ਦੇਉ ਮੈਂ ਆਪਣਾ ਸਾਰਾ। ਇਹ ਮੇਰੇ 10ਵੇਂ ਪਾਤਸ਼ਾਹ ਦੇ ਵਚਨ ਨੇ। ਇੱਧਰੋਂ ਕਮੀ ਹੈ। ਅਸੀਂ ਤਿਆਰ ਬਰ ਤਿਆਰ ਹੋਈਏ, ਗੁਰਬਾਣੀ ਪੜ੍ਹੀਏ, ਬੁੱਝੀਏ, ਗੁਰਬਾਣੀ ਬਣੀਏ, ਉਹਨਾਂ ਦੇ ਕਰਮ ਕਰੀਏ। ਸੇਵਾ ਤੇ ਸਿਮਰਨ ਭਾਗ ਲੱਗਣੇ ਨੇ। ਬਿਲਕੁਲ। ਔਰ ਗੁਰਬਾਣੀ ਜਿੱਥੇ ਹੈ, ਜਿੱਥੇ ਧੁਰ ਕੀ ਬਾਣੀ ਹੈ, ਉੱਥੇ ਚੜ੍ਹਦੀ ਕਲਾ ਹੈ। ਗੁਰੂ ਪਿਆਰਿਓ, ਕਿਤੇ ਪਿੱਛੇ ਨਾ ਰਹਿ ਜਾ। ਇਹਦੇ ਵੱਲ ਹਮੇਸ਼ਾ ਧਿਆਨ ਦਈਏ ਕਿ ਵੀ ਇੱਥੇ ਹੀ ਮਿਲਣਾ ਹੈ, ਤਾਂ ਅੱਗੇ ਹੋ ਕੇ ਇਹਦੀ ਰੀਸ ਕਰੀਏ। ਸੋ ਗੁਰੂ ਕੀ ਸੰਗਤਾਂ ਬੜੇ ਪਿਆਰ ਦੇ ਨਾਲ ਜੁੜ ਬੈਠੀਆਂ ਨੇ। ਵਾਹਿਗੁਰੂ। ਆਪ ਵਿਚਾਰ ਸਰਵਣ ਕਰ ਰਹੇ ਹੋ, ਜਿਤਨੀ ਕਿ ਸਤਿਗੁਰੂ ਨੇ ਸਮਤ ਬਖਸ਼ਿਸ਼ ਕੀਤੀ ਹੈ। ਹੁਣ ਗੱਲ ਰਹੀ ਹੈ ਕਿ ਇਹ ਜੋ ਵਿਚਾਰ ਨੇ, ਇਹਨਾਂ ਨੂੰ ਆਪਾਂ ਕਿਵੇਂ ਕਮਾਈਏ। ਸੁਣਤ ਕਮਾਵਤ ਹੋਤ ਨਿਹਾਲ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਬ ਬੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਾਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਇਹ ਵਡਿਆਈ ਹੈ, ਇਹ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਹੈ, ਇਹ ਉਸਤਤ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਸਤਤ ਕਰੋ ਸਦਾ ਪ੍ਰਭ ਆਪਣੇ, ਤੇ ਇਹ ਉਸਤਤ ਫੋਕੀ ਨਹੀਂ ਕਰਨੀ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਸਤਿਗੁਰੂ ਦੀ ਸੱਚੀ ਸਿੱਖਿਆ ਦੁਆਰਾ ਗੁਰੂ ਪਿਆਰਿਓ ਕਿਤਨੀਆਂ ਬਖਸ਼ਾਂ ਸਤਿਗੁਰੂ ਪਾਤਸ਼ਾਹ ਰਹਿਮਤਾਂ ਦਾ ਮੀਂਹ ਬਰਸਾਈ ਜਾਂਦੇ ਨੇ। ਔਰ ਗੁਰਸਿੱਖ ਜੋ ਇਸ ਅੰਮ੍ਰਿਤ ਨੂੰ ਪ੍ਰਾਪਤ ਕਰ ਰਹੇ ਨੇ। ਗੁਰੂ ਪਿਆਰਿਓ, ਹੁਣ ਸੋਚ ਵਿਚਾਰ ਕਰਨ ਦੀ ਲੋੜ ਨਹੀਂ। ਇਤਨੀਆਂ ਜਗ੍ਹਾ ਤੇ ਸੰਗਤ ਟੈਲੀਵਿਜ਼ਨ ਵੱਲੋਂ ਅਤੁੱਟ ਲੰਗਰ ਵਰਤਾਏ ਜਾ ਰਹੇ ਹੋਣ ਤੇ ਅਸੀਂ ਚੁੱਪ ਕਰਕੇ ਸੁਣੀ ਜਾਈਏ? ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਜਿਹੜੇ ਸੇਵਾ ਕਰਦੇ ਨੇ, ਨਿਤ ਪ੍ਰਭੂ ਦੀ ਬਾਣੀ ਗਾਉਂਦੇ ਨੇ, ਪੜ੍ਹਦੇ ਨੇ, ਸੁਣਦੇ ਨੇ, ਵਿਚਾਰਦੇ ਨੇ, ਉਹਨਾਂ ਦੇ ਜਰਾ ਮਰਾ ਤਾਪ ਸਾਰੇ ਆਦ ਵਿਆਦ ਉਪਾਦ ਸਾਰੇ ਰੋਗ ਖਤਮ ਹੋ ਜਾਂਦੇ ਨੇ। ਤੇ ਜਿਹੜੀ ਅਵਸਥਾ ਉਸ ਨੂੰ ਪ੍ਰਾਪਤ ਹੋਈ ਹੈ, ਉਸ ਅਵਸਥਾ ਦਾ ਫਿਰ ਵਿਖਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਿਲਵੇ ਕੀ ਮਹਿਮਾ ਵਰਨ ਨਾ ਸਾਕੋ। ਪਰਮਾਤਮਾ ਦੇ ਮਿਲਾਪ ਦੀ ਮਹਿਮਾ ਕੀ ਆਨੰਦ ਹੈ, ਕੀ ਸੁੱਖ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਪਿਆਰਿਓ, ਇਸ ਕਰਕੇ ਕੁਝ ਕਰਕੇ ਵੇਖੋ, ਕਰਨਾ ਪਵੇਗਾ। ਸਿਰਫ ਪੜ੍ਹ ਕੇ ਸੁਣ ਕੇ ਫੁੱਲ ਸਟਾਪ ਨਹੀਂ ਲਾਉਣਾ। ਜੋ ਗੁਰੂ ਨੇ ਵਿਚਾਰਧਾਰਾ ਸਾਡੇ ਸਾਹਮਣੇ ਰੱਖੀ ਹੈ, ਬਸ ਉਹੋ ਜਿਹਾ ਆਪਣਾ ਜੀਵਨ ਬਣਾਉਣਾ ਹੈ। ਸੋ ਸਤਿਗੁਰੂ ਪਾਤਸ਼ਾਹ ਨੇ ਸ਼ਬਦ ਦੀ ਮਹਿਮਾ ਕਰਦਿਆਂ ਹੋਇਆਂ ਸਾਡੇ ਸਾਹਮਣੇ ਵਿਚਾਰ ਰੱਖੇ ਨੇ ਕਿ ਸ਼ਬਦ ਰਤੇ ਸੇ ਨਿਰਮਲੇ, ਹਉ ਸਦ ਬਲਿਹਾਰੇ ਜਾਸ। ਸ਼ਬਦ ਰਤੇ, ਜੋ ਸ਼ਬਦ ਦੇ ਵਿੱਚ ਰਤ ਗਏ ਨੇ, ਰਤੇ ਜਾਣਾ, ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਣਾ। ਪਰਮਾਤਮਾ ਦਾ ਰੰਗ ਕੀ ਹੈ? ਉਹ ਹੈ ਪ੍ਰੇਮ ਰੰਗ। ਜਿਹੜੇ ਪ੍ਰੇਮ ਦੇ ਵਿੱਚ ਰਤੇ ਜਾਂਦੇ ਨੇ ਗੁਰੂ ਪਿਆਰਿਓ, ਉਹ ਫਿਰ ਆਪਣੇ ਜੀਵਨ ਵਿੱਚ ਬੜੇ ਸੁਚੇਤ ਹੋ ਕੇ ਚੱਲਦੇ ਨੇ, ਔਰ ਗੁਰੂ ਦੇ ਹੁਕਮ ਨੂੰ ਫਿਰ ਹੱਥ ਜੋੜ ਕੇ ਮੰਨਦੇ ਨੇ ਕਿ ਸੱਚੇ ਪਾਤਸ਼ਾਹ ਹੁਕਮ ਕਰੋ, ਮੈਂ ਆਪਣਾ ਜੀਵਨ ਕਿਵੇਂ ਬਤੀਤ ਕਰਾਂ। ਸਤਿਗੁਰੂ ਫਿਰ ਸਮਝਾ ਦਿੰਦੇ ਨੇ, ਪਿਆਰ ਦੀ ਭਾਸ਼ਾ ਸਿਖਾ ਦਿੰਦੇ ਨੇ ਕਿ ਆਪਣੇ ਜੀਵਨ ਵਿੱਚ ਪਿਆਰ ਕਦੇ ਨਹੀਂ ਭੁਲਾਉਣਾ। ਗਰੀਬੀ ਗਦਾ ਹਮਾਰੀ, ਕਹਿੰਦੇ ਇਹ ਹਥਿਆਰ ਚੁੱਕ। ਗਰੀਬੀ ਨਿਰਮਲਾ, ਗਰੀਬੀ ਨਿਮਰਤਾ, ਪ੍ਰੇਮ, ਕਹਿੰਦੇ ਕਿ ਇਹ ਹਥਿਆਰ ਚੁੱਕ। ਗਰੀਬੀ ਗਦਾ ਹਮਾਰੀ, ਖੰਨਾ ਸਗਨ ਰੇਨ ਸ਼ਾਰੀ, ਇਸ ਆਗੇ ਕੋ ਨਾ ਟਿਕੇ ਬਿਕਾਰੀ। ਕਹਿੰਦੇ ਫਿਰ ਇਸ ਨਿਮਰਤਾ ਵਾਲੇ ਪ੍ਰੇਮ ਵਾਲੇ ਹਥਿਆਰ ਦੇ ਸਾਹਮਣੇ ਕੋਈ ਵੀ ਨਹੀਂ ਟਿਕ ਸਕਦਾ। ਇਸ ਕਰਕੇ
ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਸੰਗਤ- ਕਿ ਅਸੀਂ ਸ਼ਬਦ ਦੇ ਵਿੱਚ ਕਿਵੇਂ ਰੰਗੇ ਜਾ ਸਕਦੇ ਹਾਂ। ਹਾਂਜੀ ਸਤਿ ਜੀ। ਸੰਗਤ ਜੀ, ਗੁਰਬਾਣੀ ਇਸ ਜਗ ਮੇ ਚਾਨਣ, ਤੇ ਅਸੀਂ ਇਸੇ ਨੂੰ ਮੁੱਖ ਰੱਖ ਕੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਹਰ ਹਫਤਾ। ਤੋ ਅੱਜ ਸਤਿਗੁਰਾਂ ਦੇ ਉਪਦੇਸ਼ ਪੂਰੇ ਸਵਰਨ ਕਰਦੇ ਹਾਂ। ਸਮੇਂ ਦੀ ਵਿੱਚ ਬੰਦੇ ਹੋਣ ਦੀ ਵਜ੍ਹਾ ਕਰਕੇ ਵਿਚਾਰਾਂ ਸੀਮਤ ਹੋ ਜਾਂਦੀਆਂ ਨੇ। ਅੱਜ ਸਤਿਗੁਰਾਂ ਦੇ ਪੂਰੇ ਉਪਦੇਸ਼ ਸਵਰਨ ਕਰਦੇ ਹਾਂ, ਸੋ ਕਿਰਪਾ ਕਰੋ। ਸ੍ਰੀ ਰਾਗ ਮਹਿਲਾ ਤੀਜਾ। ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ, ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣ ਤਾਸ। ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲ ਹਾਰੇ, ਜਾਸ ਹਿਰਦੇ ਜਿਨਕੇ ਹਰ ਵਸੇ, ਤਿਤ ਘਟ ਹੈ ਪਰਗਾਸ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਤੁਰ ਮਸਤਕ ਜਿਨ ਕੋ ਲਿਖਿਆ, ਸੇ ਗੁਰਮੁਖ ਰਹੇ ਲਿਵ ਲਾਏ ਰਹਾਓ। ਹਰ ਸੰਤੋਂ ਦੇਖੋ ਨਦਰ ਕਰ, ਨਿਕਟ ਵਸੇ ਭਰਪੂਰ। ਗੁਰਮਤ ਜਿਨੀ ਪਛਾਣਿਆ, ਸੇ ਦੇਖੇ ਸਦਾ ਹਦੂਰ। ਜਿਨ ਗੁਣ ਤਿਨ ਸਦ ਮਨ ਵਸੇ, ਆਉ ਗੁਣਵੰਤੀਆਂ ਦੂਰ। ਮਨਮੁਖ ਗੁਣ ਤੇ ਬਾਹਰੇ, ਬਿਨ ਨਾਵੇਂ ਮਰਦੇ ਝੂਰ। ਤੇ ਗੁਰਬਾਣੀ ਨਾਲ ਜਦੋਂ ਜੁੜਦੇ ਆ ਤੇ ਇਹ ਜਿਹੜਾ ਮੇਰਾ ਮਨ ਮੁਖੀ ਮਨ ਬਣਿਆ ਪਿਆ ਹੈ ਨਾ, ਇਹਨੂੰ ਠੱਲ ਪੈਂਦੀ ਹੈ। ਸਤਿਗੁਰਾਂ ਦੇ ਉਪਦੇਸ਼ ਸਹਿਜੇ ਸਹਿਜੇ ਮਹਾਰਾਜ ਸਮਝਾਉਂਦੇ ਨੇ। ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋਏ। ਉਸ ਹਰ ਨੂੰ ਹੀ ਤੇ ਧਿਆਣਾ ਹੈ। ਤੋ ਸ਼ਬਦ, ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋਏ। ਅੰਦਿਨ ਭਗਤੀ ਰਤਿਆਂ, ਮਨ ਤਨ ਨਿਰਮਲ ਹੋਏ। ਸਾਨੂੰ ਉਪਦੇਸ਼ ਵੀ ਇਹੀ ਨੇ, ਸਾਹਸ ਗਰਾਸ। ਲੇਕਿਨ ਸਾਹਸ ਗਰਾਸ ਵਾਸਤੇ ਸਾਨੂੰ ਪਹਿਲੇ ਸਟੈਪ ਤੋਂ ਚੱਲਣਾ ਪਏਗਾ। ਪਹਿਲਾ ਸਟੈਪ ਚੱਲਾਂਗੇ ਤੇ ਫਿਰ ਉਚਾਈਆਂ ਤੇ ਪਹੁੰਚਾਂਗੇ। ਅੰਨ ਦਿਨ ਭਗਤੀ ਰਤਿਆਂ, ਮਨ ਤਨ ਨਿਰਮਲ ਹੋਏ। ਕੂੜਾ ਰੰਗ ਕਸੁੰਭ ਕਾ, ਬਿਨ ਸਜਾਏ ਦੁੱਖ ਰੋਏ। ਜਿਸ ਅੰਦਰ ਨਾਮ ਪ੍ਰਗਾਸ ਹੈ, ਉਹ ਸਦਾ ਸਦਾ ਥਿਰ ਹੋਏ। ਇਹੋ ਜਨਮ ਪਦਾਰਥ ਪਾਏ ਕੈ, ਹਰ ਨਾਮ ਨ ਚੇਤੇ ਲਿਵ ਲਾਏ। ਪੱਗ ਖਿਸੀਏ ਰਹਿਣਾ ਨਹੀਂ, ਅੱਗੇ ਠੌਰ ਨਾ ਪਾਏ। ਜੇ ਇਸ ਕਾਰਜ ਚੋਂ ਅਸੀਂ ਖਿਸ ਜਾਂਦੇ ਹਾਂ ਤਾਂ ਪੱਗ ਖਿਸੀਏ ਰਹਿਣਾ ਨਹੀਂ, ਅੱਗੇ ਠੌਰ ਨਾ ਪਾਏ। ਉਹ ਵੇਲਾ ਹੱਥ ਨਾ ਆਵੀ, ਅੰਤ ਗਿਆ ਪਛੁਤਾਏ। ਇਹ ਸਾਹ ਸਾਹ ਤੁਹਾਡਾ ਜਾਂਦਾ ਪਿਆ। ਸੋ ਸੰਭਾਲ ਲਈਏ। ਤੇ ਮਹਾਰਾਜ ਇੱਥੇ ਸੰਪੂਰਨ ਤੇ ਜਿਸ ਨਦਰ ਕਰੇ ਸੋ ਉਭਰੇ, ਹਰ ਸੇਤੀ ਲਿਵ ਲਾਏ। ਨਜ਼ਰ ਹੋ ਜਾਣੀ ਹੈ, ਸ਼ਬਦ ਨਾਲ ਜੁੜੀਏ। ਸਤਿਗੁਰ ਦੇਖਾ ਦੇਖੀ ਸਭ ਕਰੇ, ਮਨਮੁਖ ਬੁੱਝ ਨਾ ਪਾਏ। ਆਪਣਾ ਅਨੁਭਵ ਲੈਣਾ ਹੈ, ਆਪਣਾ ਅਨੁਭਵ ਲੈਣਾ ਹੈ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸੇਵ ਪਈ ਤਿਨ ਥਾਏ। ਹਰ ਗੁਣ ਗਾਵੇਂ ਹਰ ਨਿਤ ਪਣੇ, ਹਰ ਗੁਣ ਗਾਏ ਸਮਾਏ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੀ ਨਾਮ ਰਹੇ ਲਿਵ ਲਾਏ। ਇਹ ਮੇਰੇ ਸਤਿਗੁਰੂ ਜੀ, ਬਾਣੀ ਨਿਰਮਲ ਹੈ, ਬਾਣੀ ਪਵਿੱਤਰ ਹੈ, ਬਾਣੀ ਸੱਚ ਹੈ। ਨਹੀਂ ਸਮਝ ਆ ਰਹੀ, ਪਿਆਰ, ਬਸ ਪਿਆਰ ਮਹਾਰਾਜ ਬਖਸ਼ ਦੇਵਨ, ਸਭ ਸਮਝ ਆ ਜਾਏਗਾ। ਬਿਲਕੁਲ। ਦੇਖੋ, ਸਤਿਗੁਰੂ ਪਾਤਸ਼ਾਹ ਨੇ ਸਾਨੂੰ ਪਿਆਰ ਦੀ ਭਾਸ਼ਾ ਹੀ ਸਿਖਾਈ ਹੈ। ਵਾਹਿਗੁਰੂ। ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪਿਆਰ ਦੀ ਭਾਸ਼ਾ ਸਿੱਖ ਲਈ, ਉਹ ਜੀਵਨ ਵਿੱਚ ਕੋਈ ਵੀ ਕਾਰਜ ਸ਼ੁਰੂ ਕਰਦੇ ਨੇ ਤੇ ਸਤਿਗੁਰੂ ਪਾਤਸ਼ਾਹ ਫਿਰ ਉਸ ਕਾਰਜ ਨੂੰ ਨੇਪਰੇ ਚਾੜਦੇ ਨੇ। ਵਾਹਿਗੁਰੂ। ਇਸ ਕਰਕੇ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਨ ਦੇ ਅੰਦਰ ਚਾਨਣ ਹੋ ਜਾਂਦਾ ਹੈ, ਭਾਵ ਕਿ ਸੂਝ-ਬੂਝ ਪ੍ਰਾਪਤ ਹੋ ਜਾਂਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਢੰਗ ਦੇ ਨਾਲ ਬਸਰ ਕਰਨਾ ਹੈ। ਸੋ ਗੁਰੂ ਪਿਆਰਿਓ, ਆਓ ਸਮੇਂ ਦੇ ਵਿੱਚ ਰਹਿ ਕੇ ਆਪਾਂ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀਆਂ ਕੀਤੀਆਂ ਨੇ ਤੇ ਇਹਨਾਂ ਬੇਨਤੀਆਂ ਨੂੰ ਸਵੀਕਾਰ ਕਰੋ, ਜੋ ਕਿ ਮਹਾਨ ਸੇਵਾ
ਸ਼੍ਰੀ ਪਟਨਾ ਸਾਹਿਬ ਵਿਖੇ ਅਤੁੱਟ ਲੰਗਰ ਚੱਲ ਰਹੇ ਨੇ ਔਰ PGI ਚੰਡੀਗੜ੍ਹ ਹਸਪੀਟਲ ਦੇ ਸਾਹਮਣੇ ਵੀ ਇਹ ਲੰਗਰ ਅਤੁੱਟ ਵਰਤ ਰਿਹਾ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਪੂਜਯੋਗ ਬਾਬਾ ਸੁੱਚਾ ਸਿੰਘ ਜੀ ਆਨੰਦਗੜ੍ਹ ਵਿਖੇ ਉਹਨਾਂ ਵੱਲੋਂ ਵੀ ਇਹ ਲੰਗਰ ਚਲਾਇਆ ਜਾ ਰਿਹਾ ਹੈ ਤੇ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਵਿਖੇ ਵੀ ਅਤੇ ਬਾਬਾ ਬਕਾਲਾ ਵਿਖੇ ਇਸ ਢੰਗ ਦੇ ਨਾਲ ਬਹੁਤ ਥਾਵਾਂ ਤੇ ਸੰਗਤ ਟੈਲੀਵਿਜ਼ਨ ਦੀਆਂ ਸੰਗਤਾਂ ਵੱਲੋਂ ਇਹ ਲੰਗਰ ਚਲਾਏ ਜਾ ਰਹੇ ਨੇ ਤੇ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਦਸਾਂ ਨਾਹਾਂ ਦੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਹੋਇਆਂ ਜੋ ਕੁਝ ਵੀ ਆਪ ਇਹਨਾਂ ਲੰਗਰਾਂ ਦੇ ਵਿੱਚ ਹਿੱਸਾ ਪਾ ਸਕਦੇ ਹੋ ਜ਼ਰੂਰ ਪਾਓ, ਵੱਧ ਚੜ੍ਹ ਕੇ ਸੇਵਾ ਕਰੋ ਤਾਂ ਕਿ ਜਿਵੇਂ ਭਾਈ ਸਾਹਿਬ ਜੀ ਨੇ ਆਖਿਆ ਕਿ ਸੇਵਾ ਕਰਤ ਹੋਏ ਨੇ ਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ। ਸੇਵਾ ਕਰਦਿਆਂ ਹੀ ਸਾਡੀ ਸੁਰਤ ਉਸ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਤੇ ਗੁਰੂ ਪਿਆਰਿਓ ਜੁੜਨਾ ਹੀ ਔਖਾ ਹੈ ਤੇ ਜੀਵਨ ਵੀ ਜੁੜਿਆ ਹੋਇਆਂ ਦਾ ਹੀ, ਜਿਹੜਾ ਟੁੱਟ ਗਿਆ ਉਸ ਦਾ ਕੋਈ ਜੀਵਨ ਨਹੀਂ, ਜਿਹੜੀ ਸ਼ੈ ਟੁੱਟ ਜਾਂਦੀ ਹੈ ਉਹ ਨਿਕੰਮੀ ਹੋ ਜਾਂਦੀ ਹੈ। ਇਸ ਕਰਕੇ ਆਪਾਂ ਗੁਰੂ ਦੇ ਨਾਲ ਜੁੜਨਾ ਹੈ, ਪੂਰਨ ਤੌਰ ਤੇ ਜੁੜਨਾ ਹੈ ਤੇ ਸਤਿਗੁਰੂ ਤੋਂ ਆਪਾਂ ਇਹ ਗਿਆਨ ਪ੍ਰਾਪਤ ਕਰਕੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ ਤੇ ਸੰਗਤਾਂ ਦੀ ਸੇਵਾ ਕਰਨੀ ਹੈ ਗੁਰੂ ਮਰਜ਼ਾਦਾ ਦੇ ਅਨੁਸਾਰ। ਇਹੀ ਸਾਡਾ ਜੀਵਨ ਹੈ। ਸੋ ਸਤ ਸੰਗੀ ਜਨੋ ਬਹੁਤ ਬਹੁਤ ਧੰਨਵਾਦ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਿਰਪਾਲ ਸਿੰਘ ਜੀ ਪਰਦੇਸੀ ਔਰ ਸੰਗਤਾਂ ਜਿਤਨੀਆਂ ਵੀ ਜੁੜੀਆਂ ਨੇ ਤੇ ਜਿਹੜੀਆਂ ਡਟ ਕੇ ਸੇਵਾ ਕਰ ਰਹੀਆਂ ਨੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।